1 ਸਾਲ ਦੀ ਸੀ ਸਿਮਰਨ। ਉਸ ਨੂੰ ਕੁਝ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ। ਘਰ ਵਿੱਚ ਬਹੁਤ ਸਾਰੇ ਲੋਕ ਆਏ ਹੋਏ ਸਨ, ਉਸ ਨੂੰ ਪਿਆਰ ਕਰ ਰਹੇ ਸੀ। ਇੱਕ ਪਾਸੇ ਉਸ ਦੀ ਮਾਂ ਦੀ ਤਸਵੀਰ ਪਈ ਸੀ, ਉਸ ਤਸਵੀਰ ਉੱਪਰ ਫੁੱਲ ਚੜੇ ਹੋਏ ਸਨ। ਸਿਮਰਨ ਦਾ ਚਾਚਾ ਉਸ ਨੂੰ ਗੋਦੀ ਵਿੱਚ ਬਿਠਾਈ ਬੈਠਾ ਸੀ। ਸਿਮਰਨ ਗੋਦੀ ਵਿੱਚੋਂ ਨਿਕਲ ਕੇ ਆਪਣੀ ਮਾਂ ਦੀ ਤਸਵੀਰ ਕੋਲ ਚਲੀ ਗਈ। ਛੋਟੀ ਜਿਹੀ ਸਿਮਰਨ ਨੂੰ ਤੁਰਨਾ ਵੀ ਨਹੀਂ ਆਉਂਦਾ ਸੀ। ਉਹ ਡਿੱਗਦੇ ਢਹਿੰਦੇ ਆਪਣੀ ਮਾਂ ਦੀ ਤਸਵੀਰ ਕੋਲ ਪਹੁੰਚ ਗਈ। ਤਸਵੀਰ ਕੋਲ ਪਹੁੰਚ ਕੇ ਆਪਣੀ ਤੋਤਲੀ ਆਵਾਜ਼ ਵਿੱਚ ਕਹਿਣ ਲੱਗੀ, ਮੀਤੋ। ਉਸ ਦੀ ਮਾਂ ਦਾ ਨਾਮ ਗੁਰਮੀਤ ਕੌਰ ਸੀ। ਘਰ ਵਿੱਚ ਸਾਰੇ ਵਸਨੀਕ ਗੁਰਮੀਤ ਗੁਰਮੀਤ ਕਹਿੰਦੇ ਸਨ। ਘਰ ਦੇ ਵੱਡਿਆਂ ਨੂੰ ਸੁਣ ਕੇ ਸਿਮਰਨ ਵੀ ਉਸ ਨੂੰ ਮੀਤੋ ਮੀਤੋ ਕਹਿੰਦੀ ਸੀ। ਸਿਮਰਨ ਆਪਣੀ ਮਾਂ ਦੀ ਤਸਵੀਰ ਤੇ ਪਿਆਰ ਕਰਨ ਲੱਗੀ ਤੇ ਉਸ ਨੂੰ ਗੋਦੀ ਵਿੱਚ ਪਾ ਕੇ ਉਠਾਉਣ ਲੱਗੀ। ਆਲੇ ਦੁਆਲੇ ਦੇ ਸਭ ਵਿਅਕਤੀਆਂ ਦੀਆਂ ਅੱਖਾਂ ਵਿੱਚ ਹੰਝੂ ਸਨ। ਕਿਸੇ ਵਿੱਚ ਹਿੰਮਤ ਹੀ ਸੀ ਨਹੀਂ ਕਿ ਉਹ ਸਿਮਰਨ ਨੂੰ ਉਸ ਦੀ ਮਾਂ ਦੀ ਤਸਵੀਰ ਕੋਲੋਂ ਉਠਾ ਕੇ ਲੈ ਜਾਵੇ। ਥੋੜਾ ਪਿਆਰ ਪੁਚਕਾਰ ਕੇ ਉਸ ਦੀ ਚਾਚੀ ਉਸ ਨੂੰ ਖੇਡਾਂ ਵਿੱਚ ਪਾ ਕੇ ਤਸਵੀਰ ਤੋਂ ਦੂਰ ਲੈ ਗਈ। ਪਰ ਸਿਮਰਨ ਦੀ ਚਾਚੀ ਦੀ ਗੋਦੀ ਚੜੇ ਹੋਏ ਵੀ ਕਹਿ ਰਹੀ ਸੀ, ਮੀਤੋ ਆ ਜਾ, ਮੀਤੋ ਆ ਜਾ। ਤੇ ਆਪਣੀ ਚਾਚੀ ਦੇ ਮੋਢੇ ਉੱਪਰ ਦੀ ਮੀਤੋ ਦੀ ਤਸਵੀਰ ਵੱਲ ਹੱਥਾਂ ਨਾਲ ਵੀ ਉਸ ਨੂੰ ਆਜਾ ਆਜਾ ਕਹਿ ਰਹੀ ਸੀ। ਇਹ ਦ੍ਰਿਸ਼ ਇੰਨਾ ਦਰਦਨਾਕ ਸੀ ਕਿ ਦੇਖ ਕੇ ਸਭ ਦਾ ਰੋਣਾ ਆ ਰਿਹਾ ਸੀ। ਰੱਬ ਨੇ ਬਹੁਤ ਕਹਿਰ ਕਮਾਇਆ ਸੀ ਸਿਮਰਨ ਨਾਲ। ਵਿਚਾਰੀ ਨੂੰ ਪਤਾ ਹੀ ਨਹੀਂ ਸੀ ਕਿ ਉਸ ਦੀ ਮਾਂ ਕਿੱਥੇ ਚਲੀ ਗਈ। ਛੋਟੇ ਬੱਚੇ ਨੂੰ ਤਾਂ ਇਹ ਵੀ ਨਹੀਂ ਕਹਿ ਸਕਦੀ ਸੀ ਕਿ ਪੁੱਤਰ ਰੱਬ ਦੀ ਰਜ਼ਾ ਮੰਨ। ਕੁਝ ਸਮੇਂ ਤੱਕ ਤਾਂ ਸਿਮਰਨ ਦੀ ਚਾਚੀ ਨੇ ਉਸ ਦੀ ਸਾਂਭ ਸੰਭਾਲ ਕੀਤੀ, ਪਰ ਉਸ ਦੇ ਆਪਣੇ ਹੀ ਇੱਕ ਬੇਟਾ ਸੀ, ਬਿਲਕੁਲ ਸਿਮਰਨ ਦੇ ਹਾਣ ਦਾ। ਸਿਮਰਨ ਦੀ ਚਾਚੀ ਨੂੰ ਦੋਹਾਂ ਦੀ ਸਾਂਭ ਸੰਭਾਲ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀ। ਚਾਚੀ ਚਾਹੇ ਸਿਮਰਨ ਨੂੰ ਪਿਆਰ ਕਰਦੀ ਸੀ, ਪਰ ਉਸ ਦਾ ਆਪਣਾ ਪੁੱਤਰ, ਜਿਸ ਕਰਕੇ ਉਹ ਸਿਮਰਨ ਨੂੰ ਓਨਾ ਸਮਾਂ ਨਹੀਂ ਦੇ ਪਾਉਂਦੀ ਸੀ। ਦੋਵੇਂ ਬੱਚੇ ਇਕੱਠੇ ਹੀ ਰੋਂਦੇ, ਜਿਸ ਕਰਕੇ ਉਸ ਦੀ ਚਾਚੀ ਸਿਮਰਨ ਨੂੰ ਖਿਜਣ ਲੱਗ ਪਈ ਸੀ। ਸਿਮਰਨ ਦਾ ਚਾਚਾ ਸਿਮਰਨ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਉਸ ਨੂੰ ਗੋਦੀ ਚੁੱਕ ਚੁੱਕ ਕੇ ਖਿਡਾਉਣ ਦਾ ਉਸ ਦੀ ਮਾਂ ਦੀ ਕਮੀ ਮਹਿਸੂਸ ਨਾ ਹੋਣ ਦਿੰਦਾ। ਸਿਮਰਨ ਦੀਆਂ ਅੱਖਾਂ ਹਰ ਵੇਲੇ ਆਪਣੀ ਮਾਂ ਨੂੰ ਲੱਭਦੀਆਂ ਰਹਿੰਦੀਆਂ। ਉਹ ਪੁੱਛਦੀ ਰਹਿੰਦੀ, ਮੀਤੋ 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 ਤਿੱਥੇ। ਸਾਰੇ ਉਸ ਨੂੰ ਕੋਈ ਨਾ ਕੋਈ ਮਨ ਘੜਤ ਗੱਲਾਂ ਸੁਣਾ ਦਿੰਦੇ। ਕੋਈ ਕਹਿੰਦਾ ਪੁੱਤ ਉਹ ਰੱਬ ਕੋਲ ਚਲੀ ਗਈ। ਸਿਮਰਨ ਨੂੰ ਕੁਝ ਨਾ ਸਮਝ ਆਈ ਕਿ ਰੱਬ ਕੋਲ ਜਾਣਾ ਕੀ ਹੁੰਦਾ ਹੈ। ਇੱਕ ਦਿਨ ਸਿਮਰਨ ਬਹੁਤ ਜ਼ਿਆਦਾ ਰੋ ਰਹੀ ਸੀ ਤੇ ਸਿਰਫ ਆਪਣੀ ਮਾਂ ਕੋਲ ਜਾ ਕੇ ਹੀ ਚੁੱਪ ਹੋਣਾ ਚਾਹੁੰਦੀ ਸੀ। ਸਭ ਨੇ ਉਸ ਨੂੰ ਚੁੱਪ ਕਰਾ ਕੇ ਦੇਖ ਲਿਆ, ਪਰ ਉਹ ਕਿਸੇ ਦੇ ਵੀ ਚੁੱਪ ਕਰਾਉਣ ਤੇ ਚੁੱਪ ਨਾ ਹੋਈ। ਉਸ ਨੇ ਇੱਕੋ ਜਿੱਦ ਫੜੀ ਹੋਈ ਸੀ ਕਿ ਜੇਕਰ ਮੀਤੋ ਉਸ ਨੂੰ ਆ ਕੇ ਗੋਦੀ ਚੁੱਕੇਗੀ ਤਾਂ ਹੀ ਚੁੱਪ ਹੋਵੇਗੀ। ਸਿਮਰਨ ਦਾ ਪਿਤਾ ਗੁਰਮੀਤ ਦੇ ਚਲੇ ਜਾਣ ਕਰਕੇ ਬਹੁਤ ਜ਼ਿਆਦਾ ਦੁਖੀ ਸੀ। ਸਿਮਰਨ ਦੇ ਪਿਤਾ ਸਰਬਜੀਤ ਸਿੰਘ ਨੇ ਤੜਾਕ ਕਰਕੇ ਥੱਪੜ ਸਿਮਰਨ ਦੇ ਮਾਰਿਆ ਤੇ ਕਿਹਾ, ਤੂੰ ਹੀ ਮਾੜੇ ਕਰਮਾਂ ਵਾਲੀ ਸੀ, ਜਿਸ ਕਰਕੇ ਤੇਰੀ ਮਾਂ ਸਾਡੇ ਵਿੱਚ ਨਹੀਂ ਹੈ। ਅੱਜ ਸਿਮਰਨ ਇਸ ਥੱਪੜ ਦੀ ਪੀੜ ਨਹੀਂ ਝੱਲ ਪਾ ਰਹੀ ਸੀ। ਉਹ ਬੇਹੋਸ਼ ਹੋ ਗਈ। ਸਿਮਰਨ ਦੇ ਚਾਚੇ ਅਤੇ ਦਾਦੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਸਿਮਰਨ ਨੂੰ ਚੁੱਕ ਕੇ ਡਾਕਟਰ ਕੋਲ ਲੈ ਗਏ। ਡਾਕਟਰ ਨੇ ਸਿਮਰਨ ਦਾ ਇਲਾਜ ਕੀਤਾ ਤੇ ਸਿਮਰਨ ਦੇ ਦਾਦਾ ਦਾਦੀ ਅਤੇ ਚਾਚਾ ਉਸ ਨੂੰ ਲੈ ਕੇ ਘਰ ਆ ਗਏ। ਸਿਮਰਨ ਦੀ ਦਾਦੀ ਨੇ ਸਿਮਰਨ ਦੇ ਪਿਓ ਸਰਬਜੀਤ ਦੀ ਬਹੁਤ ਜ਼ਿਆਦਾ ਲਾਪਾ ਕੀਤੀ, ਪਰ ਉਹ ਉਲਟਾ ਆਪਣੀ ਮਾਂ ਦੇ ਮਗਰ ਪੈ ਗਿਆ ਕਿ ਮੈਨੂੰ ਇਹ ਕੁੜੀ ਨਹੀਂ ਚਾਹੀਦੀ। ਉਹ ਗੁੱਸੇ ਵਿੱਚ ਕਹਿਣ ਲੱਗਾ, ਇਸ ਨੂੰ ਖੂਹ ਵਿੱਚ ਸੁੱਟ ਆਵੋ, ਜਿੱਥੇ ਮਰਜ਼ੀ ਮਾਰੋ ਖਪਾਓ, ਪਰ ਮੇਰੀਆਂ ਅੱਖਾਂ ਤੋਂ ਦੂਰ ਰੱਖੋ। ਉਸ ਦੀ ਦਾਦੀ ਕਹਿਣ ਲੱਗੀ, ਰੁੜ ਜਾਣਿਆ, ਕੋਈ ਕੰਨਿਆ ਦੇਵੀ ਨੂੰ ਵੀ ਇਦਾਂ ਬੋਲਦਾ ਹੈ। ਕੁਝ ਦਿਨਾਂ ਬਾਅਦ ਸਿਮਰਨ ਦੀ ਨਾਨੀ ਆਈ ਤੇ ਉਹ ਸਿਮਰਨ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਸੀ। ਸਿਮਰਨ ਦੀ ਦਾਦੀ ਨੇ ਕਿਹਾ, ਭੈਣ ਜੀ ਤੁਸੀਂ ਤਾਂ ਆਪ ਬਿਮਾਰ ਰਹਿੰਦੇ ਹੋ, ਜੇਕਰ ਇਸ ਨੂੰ ਲੈ ਗਏ ਇਸ ਨੇ ਮਾਮੀਆਂ ਦੇ ਵੱਸ ਪੈ ਜਾਣਾ। ਮੇਰੀ ਪੋਤੀ ਤਾਂ ਪਹਿਲਾਂ ਕਰਮਾਂ ਮਾਰੀ ਹੈ। ਜਿੰਨਾ ਚਿਰ ਹੱਡ ਗੋਡੇ ਚੱਲਦੇ ਨੇ ਮੈਂ ਆਪ ਹੀ ਰੱਖੂੰ ਆਪਣੀ ਪੋਤੀ। ਸਿਮਰਨ ਦੀ ਨਾਨੀ ਸਿਮਰਨ ਨੂੰ ਪਿਆਰ ਦੇ ਕੇ ਵਾਪਸ ਚਲੀ ਗਈ। ਆਖਿਰ ਉਸ ਦੀ ਦਾਦੀ ਠੀਕ ਹੀ ਤਾਂ ਕਹਿ ਰਹੀ ਸੀ, ਉਹ ਸਿਮਰਨ ਨੂੰ ਕਿੱਥੇ ਰੱਖ ਲਵੇਗੀ। ਉਸ ਨੂੰ ਤਾਂ ਖੁਦ ਮਸਾ ਰੋਟੀ ਜੁੜਦੀ ਹੈ।
ਉਸ ਦੀ ਨੂੰਹ ਤਾਂ ਇੰਨੀ ਕੁਲੈਣੀ ਹੈ ਕਿ ਗੱਲ-ਗੱਲ ਤੇ ਘਰ ਵਿੱਚ ਕਲੇਸ਼ ਪਾ ਲੈਂਦੀ ਹੈ। ਸਿਮਰਨ ਕਿੱਥੇ ਘਰ ਵਿੱਚ ਬਣਨ ਦੇਵੇਗੀ। ਉਸ ਦੇ ਪਿਤਾ ਗੁਰਮੀਤ ਦਾ ਵੀ ਘਰ ਆਉਣਾ ਜਾਣਾ ਬੰਦ ਕਰ ਦਿੱਤਾ ਸੀ, ਪਰ ਫਿਰ ਵੀ ਇੱਕ ਮਾਂ ਦੀਆਂ ਆਂਦਰਾਂ ਸਨ। ਉਹ ਆਪਣੀ ਦੋਤੀ ਨੂੰ ਲੈਣ ਚਲੀ ਗਈ ਸੀ। ਬੇਚਾਰੀ ਸਿਮਰਨ ਹੁਣ ਦਾਦੀ ਨੂੰ ਹੀ ਆਪਣੀ ਮਾਂ ਮੰਨ ਰਹੀ ਸੀ, ਪਰ ਫਿਰ ਵੀ ਉਸ ਦਾ ਧਿਆਨ ਆਪਣੀ ਮੀਤੋ ਵੱਲ ਹੀ ਹੁੰਦਾ ਸੀ। ਰੋਜ਼ ਘਰ ਦੇ ਦਰਵਾਜ਼ੇ ਦੇ ਬਾਹਰ ਉਹ ਦੇਖਦੀ ਰਹਿੰਦੀ ਸੀ। ਉਸ ਨੂੰ ਹਮੇਸ਼ਾ ਲੱਗਦਾ ਸੀ ਕਿ ਮੀਤੋ ਹੁਣ ਵੀ ਆ ਜਾਵੇਗੀ। ਛੋਟੇ ਬੱਚੇ ਦਾ ਅੰਦਰਲਾ ਮਨ ਸੋਚਦਾ ਹੋਵੇਗਾ ਕਿ ਅੱਗੇ ਤਾਂ ਮੀਤੋ ਮੇਰੀ ਇੱਕ ਆਵਾਜ਼ ਤੇ ਵੀ ਆ ਜਾਂਦੀ ਸੀ, ਮੈਨੂੰ ਉਦੋਂ ਰੋਣ ਨਹੀਂ ਦਿੰਦੀ ਸੀ, ਹੁਣ ਪਤਾ ਨਹੀਂ ਕਿੱਧਰ ਚਲੀ ਗਈ। ਘਰ ਵਿੱਚ ਸਲਾਹਾਂ ਹੋ ਰਹੀਆਂ ਸਨ ਕਿ ਇੱਕ ਬੱਚੇ ਨੂੰ ਮਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਇਸ ਲਈ ਸਰਬਜੀਤ ਦਾ ਦੂਜਾ ਵਿਆਹ ਕਰ ਦਿੱਤਾ ਜਾਵੇ। ਜਦੋਂ ਸਰਬਜੀਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਚਾਰੇ ਪੈਰ ਚੁੱਕ ਕੇ ਪੈ ਗਿਆ ਕਿ ਉਹ ਦੂਜਾ ਵਿਆਹ ਨਹੀਂ ਕਰਵਾਵੇਗਾ। ਉਸ ਨੂੰ ਇਸ ਬੱਚੀ ਦੀ ਜ਼ਰੂਰਤ ਵੀ ਨਹੀਂ ਹੈ ਅਤੇ ਵਿਆਹ ਦੀ ਵੀ ਜ਼ਰੂਰਤ ਨਹੀਂ ਹੈ। ਉਹ ਆਪਣੀ ਗੁਰਮੀਤ ਦੀਆਂ ਯਾਦਾਂ ਵਿੱਚ ਰਹਿ ਲਵੇਗਾ। ਇਸ ਤੇ ਸਿਮਰਨ ਦੀ ਦਾਦੀ ਪ੍ਰੀਤਮ ਕੌਰ ਆਪਣੇ ਪੁੱਤਰ ਕੋਲ ਆ ਕੇ ਬੈਠ ਗਈ ਤੇ ਆਪਣੀ ਗੋਦੀ ਵਿੱਚ ਸਿਮਰਨ ਨੂੰ ਵੀ ਚੁੱਕ ਲਿਆਈ। ਪਿਆਰ ਨਾਲ ਸਰਬਜੀਤ ਦੇ ਮੋਢੇ ਉੱਪਰ ਹੱਥ ਰੱਖ ਕੇ ਕਹਿਣ ਲੱਗੀ, ਪੁੱਤ ਦੇਖ, ਮੰਨਦੇ ਹਾਂ ਕਿ ਤੇਰੇ ਤੇ ਸਿਮਰਨ ਨਾਲ ਬਹੁਤ ਬੁਰਾ ਕੀਤਾ ਰੱਬ ਨੇ, ਪਰ ਇਸ ਵਿਚਾਰੀ ਕਰਮਾਂ ਮਾਰੀ ਦੀ ਕੀ ਗਲਤੀ ਹੈ। ਹੁਣ ਤੁਹਾਨੂੰ ਸੋਚਣਾ ਪਵੇਗਾ, ਐਡੀ ਵੱਡੀ ਲੰਬੀ ਜ਼ਿੰਦਗੀ ਹੈ, ਇਕੱਲਾ ਨਹੀਂ ਕੱਟ ਸਕਦਾ। ਮੇਰਾ ਵੀ ਕੀ ਪਤਾ ਕਿਸ ਦਿਨ ਅੱਖਾਂ ਮੀਚ ਜਾਵਾਂ। ਪੁੱਤ ਰੱਬ ਦਾ ਵਾਸਤਾ ਹੀ ਮੰਨ ਜਾ। ਬਹੁਤ ਜ਼ਿਆਦਾ ਮਨਾਉਣ ਤੋਂ ਬਾਅਦ ਸਰਬਜੀਤ ਇਸ ਵਿਆਹ ਲਈ ਮੰਨ ਗਿਆ। ਸਰਬਜੀਤ ਲਈ ਰਿਸ਼ਤੇ ਦੇਖਣੇ ਸ਼ੁਰੂ ਹੋ ਗਏ, ਪਰ ਇੱਥੇ ਫਿਰ ਇੱਕ ਮੁਸ਼ਕਲ ਆ ਗਈ। ਇੱਕ ਬੱਚੇ ਦਾ ਪਿਓ ਹੋਣ ਕਰਕੇ ਦੂਜਾ ਰਿਸ਼ਤਾ ਜੁੜਨਾ ਬਹੁਤ ਔਖਾ ਸੀ। ਕਰਮਾਂ ਮਾਰੀ ਸਿਮਰਨ ਨੂੰ ਫਿਰ ਕੋਸਿਆ ਗਿਆ। ਉਸ ਦਾ ਤਾਂ ਨਾਂ ਹੀ ਕਰਮਾਂ ਮਾਰੀ ਬਣ ਗਿਆ ਸੀ। ਹੌਲੀ ਹੌਲੀ ਇੱਕ ਲੋੜਵੰਦ ਕੁੜੀ ਦਾ ਰਿਸ਼ਤਾ, ਜਿਸ ਦੇ ਵੀ ਪਹਿਲਾਂ ਇੱਕ ਕੁੜੀ ਸੀ, ਬਹੁਤ ਮੁਸ਼ਕਲ ਨਾਲ ਜੁੜਿਆ। ਉਸ ਕੁੜੀ ਦਾ ਪਹਿਲਾ ਤਲਾਕ ਹੋਇਆ ਸੀ। ਕਿਸੇ ਤੋਂ ਪਤਾ ਲੱਗਿਆ ਸੀ ਕਿ ਉਸ ਕੁੜੀ ਦਾ ਸੁਭਾਅ ਜ਼ਿਆਦਾ ਵਧੀਆ ਨਹੀਂ ਹੈ, ਪਰ ਸਭ ਨੂੰ ਉਮੀਦ ਸੀ ਕਿ ਰਿਸ਼ਤਾ ਹੀ ਮੁਸ਼ਕਲ ਨਾਲ ਹੋ ਰਿਹਾ ਹੈ। ਲੋਕ ਤਾਂ ਗੱਲਾਂ ਬਣਾ ਹੀ ਦਿੰਦੇ ਹਨ। ਸਿਮਰਨ ਦੀ ਮਤਰੇਈ ਮਾਂ ਘਰ ਵਿੱਚ ਆ ਗਈ। ਪਹਿਲਾਂ ਤਾਂ ਸਭ ਕੁਝ ਵਧੀਆ ਰਿਹਾ। ਉਸ ਨੇ ਸਿਮਰਨ ਨੂੰ ਵੀ ਪਿਆਰ ਕਰਨ ਦਾ ਦਿਖਾਵਾ ਕਰਨਾ ਸ਼ੁਰੂ ਕਰ ਦਿੱਤਾ। ਸਿਮਰਨ ਦੇ ਪਿਤਾ ਸਰਬਜੀਤ ਨੂੰ ਇੱਕ ਦਿਨ ਉਸ ਦੀ ਮਾਂ ਗੁਰਮੀਤ ਕੌਰ ਦਾ ਸੁਪਨਾ ਆਇਆ ਤੇ ਗੁਰਮੀਤ ਕੌਰ ਸੁਪਨੇ 'ਚ ਰੋ ਰੋ ਕੇ ਕਹਿ ਰਹੀ ਸੀ ਕਿ ਉਹ ਉਸ ਦੀ ਬੇਟੀ ਨਾਲ ਇਦਾਂ ਕਰੇਗਾ। ਉਹ ਕਦੇ ਸੋਚ ਵੀ ਨਹੀਂ ਸਕਦੀ। ਸਰਬਜੀਤ ਉਸ ਨੂੰ ਸੁਪਨੇ ਵਿੱਚ ਵਾਅਦਾ ਕਰਦਾ ਹੈ ਕਿ ਉਹ ਆਪਣੀ ਬੇਟੀ ਦਾ ਖਿਆਲ ਰੱਖਿਆ ਕਰੇਗਾ। ਸਿਮਰਨ ਦੀ ਜ਼ਿੰਦਗੀ ਵਿੱਚ ਬਦਲਾਅ ਆ ਗਿਆ ਸੀ। ਹੁਣ ਉਸ ਨੂੰ ਮਾਂ-ਬਾਪ ਦਾ ਪਿਆਰ ਮਿਲ ਰਿਹਾ ਸੀ ਤੇ ਦਾਦੀ ਵੀ ਖੁਸ਼ ਸੀ ਕਿ ਉਸ ਦੀ ਪੋਤੀ ਨੂੰ ਉਸ ਦੇ ਮਾਂ-ਬਾਪ ਪਿਆਰ ਕਰ ਰਹੇ ਹਨ, ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਖੁਸ਼ੀਆਂ ਥੋੜੀ ਚਿਰ ਹਨ। ਹੌਲੀ ਹੌਲੀ ਸਿਮਰਨ ਦੀ ਮਤਰੇਈ ਮਾਂ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਸਿਮਰਨ ਨਾਲ ਵਿਤਕਰਾ ਸ਼ੁਰੂ ਕਰ ਦਿੱਤਾ। ਸਭ ਦੇ ਸਾਹਮਣੇ ਚੰਗੀ ਬਣੀ ਰਹਿੰਦੀ, ਪਰ ਬੱਚੇ ਦੀ ਹਰ ਹਰਕਤ ਤੇ ਉਸ ਨੂੰ ਗੁੱਸਾ ਆਉਂਦਾ। ਛੋਟੇ ਬੱਚੇ ਨੂੰ ਭੁੱਖੜ, ਕੁਲਕਸ਼ਣੀ ਆਦਿ ਸ਼ਬਦਾਂ ਨਾਲ ਬੁਲਾਉਂਦੀ ਰਹਿੰਦੀ। ਛੋਟਾ ਬੱਚਾ ਸਿਰਫ ਰੋ ਹੀ ਸਕਦਾ ਸੀ। ਇਹ ਵੀ ਪਤਾ ਸੀ ਕਿ ਉਸ ਨੇ ਕਿਸੇ ਨੂੰ ਕੀ ਦੱਸਣਾ। ਸਿਮਰਨ ਦਾ ਪਿਓ ਹੁਣ ਉਸ ਨੂੰ ਪਿਆਰ ਕਰਦਾ ਸੀ। ਉਹ ਉਸ ਨੂੰ ਤੇ ਉਸ ਦੇ ਮਤਰੇਏ ਭੈਣ ਲਈ ਚੀਜ਼ਾਂ ਲਿਆ ਕੇ ਦਿੰਦਾ ਸੀ। ਸਿਮਰਨ ਦੀ ਮਤਰੇਏ ਮਾਂ ਬਲਜੀਤ ਕੌਰ ਸਮਾਨ ਫੜ ਲੈਣਾ, ਸਰਬਜੀਤ ਨੂੰ ਕਹਿਣਾ ਕਿ ਉਹ ਦੋਨੋਂ ਬੱਚਿਆਂ ਨੂੰ ਆਪੇ ਵੰਡ ਦੇਵੇਗੀ। ਬਲਜੀਤ ਕੌਰ ਸਰਬਜੀਤ ਦੇ ਸਾਹਮਣੇ ਹਮੇਸ਼ਾ ਬੱਚੀ ਨੂੰ ਪਿਆਰ ਕਰਨ ਦਾ ਦਿਖਾਵਾ ਕਰਦੀ ਸੀ, ਇਸ ਲਈ ਉਹ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਉਸ ਦੀ ਬੇਟੀ ਨਾਲ ਵਿਤਕਰਾ ਕਰਦੀ ਹੋਵੇਗੀ। ਹੌਲੀ ਹੌਲੀ ਸਰਬਜੀਤ ਗੁਰਮੀਤ ਦੀਆਂ ਯਾਦਾਂ 'ਚੋਂ ਬਾਹਰ ਆ ਕੇ ਆਪਣੇ ਦੂਜੇ ਪਰਿਵਾਰ ਨਾਲ ਖੁਸ਼ ਰਹਿਣ ਲੱਗਾ ਸੀ। ਸਿਮਰਨ ਹੁਣ ਆਪਣਾ ਬਹੁਤਾ ਸਮਾਂ ਦਾਦੀ ਨਾਲ ਹੀ ਬਤੀਤ ਕਰਦੀ ਸੀ, ਜਾਂ ਫਿਰ ਉਸ ਦੀ ਚਾਚੀ ਉਸ ਨੂੰ ਪਿਆਰ ਕਰਦੀ ਸੀ। ਚਾਚੀ ਚਾਚਾ ਉਸ ਨੂੰ ਆਪਣੇ ਪੁੱਤਰ ਦੇ ਨਾਲ ਹਰ ਇੱਕ ਚੀਜ਼ ਖਾਣ ਪੀਣ ਦਿੰਦੇ ਸਨ। ਹੌਲੀ ਹੌਲੀ ਸਿਮਰਨ ਇੱਕ ਨਫ਼ਰਤ ਭਰੇ ਮਾਹੌਲ ਵਿੱਚ ਵੱਡੀ ਹੋ ਰਹੀ ਸੀ। ਛੋਟੇ ਹੁੰਦੇ ਉਸ ਦਾ ਸੁਭਾਅ ਚਿੜਚਿੜਾ ਹੋ ਗਿਆ ਸੀ।
ਜਿਸ ਕਾਰਨ ਉਸਦੇ ਹਰ ਸਮੇਂ ਗਾਲਾਂ ਪੈਂਦੀਆਂ ਰਹਿੰਦੀਆਂ ਸਨ। ਸਿਮਰਨ 6 ਸਾਲ ਦੀ ਹੋਈ ਤਾਂ ਦਾਦੀ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਸਿਮਰਨ ਫਿਰ ਤੋਂ ਮਾਂ ਵਿਹੂਣੀ ਹੋ ਗਈ ਸੀ। ਹੁਣ ਘਰ ਵਿੱਚ ਉਸ ਦੀ ਕੋਈ ਪੁੱਛ-ਗਿੱਛ ਨਹੀਂ ਸੀ। ਚਾਚਾ ਚਾਚੀ ਵੀ ਅਲੱਗ ਹੋ ਗਏ ਸਨ ਕਿਉਂਕਿ ਉਸ ਦੀ ਮਤਰੇਈ ਮਾਂ ਬਲਜੀਤ ਕੌਰ ਨੇ ਉਹਨਾਂ ਉੱਪਰ ਬਹੁਤ ਝੂਠੇ ਇਲਜ਼ਾਮ ਲਗਾਏ ਸਨ। ਸਿਮਰਨ ਦਾ ਬਹੁਤ ਦਿਲ ਕਰਦਾ ਕਿ ਉਹ ਆਪਣੇ ਚਾਚਾ ਚਾਚੀ ਕੋਲ ਜਾਵੇ, ਪਰ ਉਹ ਬਲਜੀਤ ਕੌਰ ਉਸ ਨੂੰ ਅੰਦਰ ਹੀ ਤਾੜ ਕੇ ਰੱਖਦੀ ਸੀ। ਸਮਾਂ ਆਪਣੇ ਚਾਲੇ ਚੱਲਦਾ ਰਿਹਾ। ਇੱਕ ਦਿਨ ਸਿਮਰਨ ਦੀ ਨਾਨੀ ਆਈ। ਸਿਮਰਨ ਦੀ ਹਾਲਤ ਦੇਖ ਕੇ ਉਸ ਨੂੰ ਰੋਣਾ ਆ ਗਿਆ। ਇੱਕ ਬਲਜੀਤ ਕੌਰ ਮਾਂ ਬਣਨ ਵਾਲੀ ਸੀ ਤੇ ਉਹ ਆਪਣੇ ਪੇਕੇ ਚਲੀ ਗਈ ਸੀ। ਸਿਮਰਨ ਦਾ ਬੁਰਾ ਹਾਲ ਸੀ, ਇਸ ਲਈ ਨਾਨੀ ਉਸ ਨੂੰ ਆਪਣੇ ਪਿੰਡ ਲੈ ਗਈ। ਸਿਮਰਨ ਦੀ ਨਾਨੀ ਉਸ ਨੂੰ ਸਾਰਾ ਕੁਝ ਪੁੱਛਣਾ ਚਾਹੁੰਦੀ ਸੀ ਤਾਂ ਸਿਮਰਨ ਨੇ ਦੱਸਿਆ, ਨਾਨੀ ਮਾਂ ਦਾਦੀ ਮਾਂ ਝੂਠੀ ਸੀ ਤੇ ਉਹ ਨਵੀਂ ਮਾਂ ਸੱਚੀ ਆ। ਤਾਂ ਸਿਮਰਨ ਦੀ ਨਾਨੀ ਨੇ ਕਿਹਾ, ਕਿਵੇਂ ਪੁੱਤ? ਤਾਂ ਸਿਮਰਨ ਕਹਿਣ ਲੱਗੀ, ਜਦੋਂ ਮੈਂ ਸ਼ਰਾਰਤਾਂ ਕਰਦੀ ਸੀ ਤਾਂ ਕਹਿੰਦੀ ਰਹਿੰਦੀ ਸੀ, ਜੇ ਤੂੰ ਐਵੇਂ ਸ਼ਰਾਰਤਾਂ ਕਰਦੀ ਰਹੀ ਮੈਂ ਤੈਨੂੰ ਰੋਟੀ ਨਹੀਂ ਦੇਣੀ, ਪਰ ਫਿਰ ਵੀ ਮੈਨੂੰ ਧੱਕੇ ਨਾਲ ਰੋਟੀ ਖਵਾਉਂਦੀ ਸੀ। ਪਰ ਇਹ ਵਾਲੀ ਮਾਂ ਸੱਚੀ ਹੈ। ਇਹ ਜਦੋਂ ਮੈਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਰੋਟੀ ਨਹੀਂ ਦੇਵਾਂਗੀ ਤਾਂ ਸੱਚੀ ਉਹ ਨਹੀਂ ਦਿੰਦੀ। ਨਾਨੀ ਅਜੇ ਸਿਮਰਨ ਨੂੰ ਲੈ ਕੇ ਘਰ ਹੀ ਆਈ ਸੀ ਕਿ ਉਸ ਦੀ ਮਾਮੀ ਚਾਰੇ ਪੈਰ ਚੁੱਕ ਕੇ ਪੈ ਗਈ। ਦੱਸ ਤੇ ਕੀ ਕਰਾਉਣਾ ਸੀ ਇਸ ਤੋਂ? ਸਾਡਾ ਤਾਂ ਆਪਦਾ ਨਹੀਂ ਖਰਚਾ ਪੂਰਾ ਹੁੰਦਾ, ਹੁਣ ਇਹਨੂੰ ਚੁੱਕ ਲਿਆਈ। ਸਿਮਰਨ ਦੀ ਨਾਨੀ ਕਹਿੰਦੀ, ਕੋਈ ਨਾ ਪੁੱਤ, ਇਹ ਕੁਝ ਦਿਨਾਂ ਲਈ ਹੀ ਆਈ ਹੈ, ਫਿਰ ਇਸਨੇ ਚਲੇ ਜਾਣਾ। ਸਿਮਰਨ ਦੀ ਨਾਨੀ ਉਸ ਦਾ ਪੂਰਾ ਧਿਆਨ ਰੱਖਦੀ, ਪਰ ਉਸ ਦੀ ਮਾਮੀ ਉਸ ਨੂੰ ਦੇਖ ਕੇ ਖਿਜੀ ਰਹਿੰਦੀ ਸੀ ਤੇ ਕੁਝ ਨਾ ਕੁਝ ਬੋਲਦੀ ਰਹਿੰਦੀ ਸੀ, ਜਿਸ ਕਾਰਨ ਸਿਮਰਨ ਅੰਦਰ ਵੜ ਕੇ ਰੋਣ ਲੱਗ ਜਾਣਾ, ਕਦੇ ਆਪਣੀ ਮੀਤੋ ਨੂੰ ਯਾਦ ਕਰਕੇ ਤੇ ਕਦੇ ਆਪਣੀ ਦਾਦੀ ਨੂੰ। ਫਿਰ ਪਤਾ ਲੱਗਾ ਕਿ ਸਿਮਰਨ ਦੀ ਮਾਂ ਤੇਰੀ ਮਾਂ ਕੋਲ ਮੁੰਡਾ ਹੋਇਆ ਹੈ। ਸਿਮਰਨ ਦੇ ਪਿਓ ਤੋਂ ਇਹ ਚਾਅ ਚੁੱਕਿਆ ਨਹੀਂ ਜਾ ਰਿਹਾ ਸੀ। ਹੁਣ ਉਸ ਨੂੰ ਆਪਣੀ ਧੀ ਸਿਮਰਨ ਤੇ ਪਹਿਲੀ ਪਤਨੀ ਗੁਰਮੀਤ ਕੌਰ ਦੋਨੋਂ ਹੀ ਵਿਸਰ ਗਈਆਂ ਸਨ। ਉਹ ਤਾਂ ਆਪਣੀ ਧੀ ਨੂੰ ਲਿਆਉਣਾ ਹੀ ਭੁੱਲ ਗਿਆ ਸੀ। ਇੱਧਰ ਮਾਮੀ ਨਾਨੀ ਤੇ ਸਿਮਰਨ ਦਾ ਜਿਉਣਾ ਦੁਰਭਰ ਕਰ ਰਹੀ ਸੀ। ਇੱਕ ਦਿਨ ਉਸ ਦੀ ਮਾਮੀ ਨੇ ਉਸ ਦੀ ਨਾਨੀ ਨੂੰ ਧੱਕਾ ਮਾਰਿਆ। ਨਾਨੀ ਦੇ ਪਤਾ ਨਹੀਂ ਕਿੱਥੇ ਸੱਟ ਲੱਗੀ ਕਿ ਉਹ ਉਸੇ ਥਾਂ ਤੇ ਹੀ ਮਰ ਗਈ। ਸਿਮਰਨ ਨੇ ਤੀਜੀ ਵਾਰ ਆਪਣੀ ਮਾਂ ਨੂੰ ਮਰਦੇ ਦੇਖਿਆ ਸੀ। ਹੁਣ ਸਿਮਰਨ ਦੇ ਪਿਓ ਨੂੰ ਸੁਨੇਹਾ ਭੇਜ ਦਿੱਤਾ ਗਿਆ ਕਿ ਉਹ ਆ ਕੇ ਆਪਣੀ ਧੀ ਲੈ ਜਾਵੇ। ਸਿਮਰਨ ਦਾ ਪਿਓ ਸਿਮਰਨ ਨੂੰ ਜਾ ਕੇ ਘਰ ਲੈ ਆਇਆ, ਪਰ ਸਿਮਰਨ ਦਾ ਪਿਓ ਹੁਣ ਪੁੱਤ ਦੇ ਨਸ਼ੇ ਵਿੱਚ ਚੂਰ ਸੀ। ਉਸ ਨੂੰ ਆਪਣੀ ਧੀ ਬਿਲਕੁਲ ਦਿਖਾਈ ਨਹੀਂ ਦਿੰਦੀ ਸੀ। ਹਰ ਸਮੇਂ ਉਸ ਨੂੰ ਆਪਣੀ ਮਤਰੇਈ ਮਾਂ, ਪਿਓ ਤੇ ਵੱਡੀ ਭੈਣ ਤੋਂ ਝਿੜਕਾਂ ਪੈਂਦੀਆਂ ਰਹਿੰਦੀਆਂ ਸਨ। ਉਸ ਨੂੰ ਕੱਪੜੇ ਵੀ ਉਸ ਦੀ ਵੱਡੀ ਭੈਣ ਜਾਣੀ ਕਿ ਬਲਜੀਤ ਕੌਰ ਦੀ ਪਹਿਲੀ ਬੱਚੀ ਦੇ ਹੀ ਮਿਲਦੇ ਸਨ। ਸਿਮਰਨ ਹੁਣ ਵੱਡੀ ਹੋ ਰਹੀ ਸੀ। ਉਸ ਦੇ ਚਾਚਾ ਚਾਚੀ ਚੋਰੀਓਂ ਚੁਫੇਰਿਓਂ ਉਸ ਨੂੰ ਸਕੂਲ ਵਿੱਚ ਕੁਝ ਨਾ ਕੁਝ ਖਾਣ ਲਈ ਦੇ ਆਉਂਦੇ ਸਨ। ਉਸ ਦੇ ਚਾਚੇ ਦਾ ਮੁੰਡਾ ਵੀ ਉਸ ਦਾ ਵਧੀਆ ਪਿਆਰ ਕਰਦਾ ਸੀ, ਪਰ ਸਿਮਰਨ ਆਪਣੇ ਭਰਾ ਨੂੰ ਜ਼ਿਆਦਾ ਪਿਆਰ ਕਰਦੀ ਸੀ। ਸਿਮਰਨ ਦਾ ਭਰਾ ਉਸ ਨੂੰ ਮਾਰਦਾ ਵੀ ਰਹਿੰਦਾ ਸੀ। ਸਰਬਜੀਤ ਤੇ ਬਲਜੀਤ ਉਸ ਨੂੰ ਕਦੇ ਨਹੀਂ ਰੋਕਦੇ ਸੀ, ਬਲਕਿ ਉਲਟਾ ਸਿਮਰਨ ਨੂੰ ਹੀ ਗਾਲਾਂ ਦਿੰਦੇ ਸਨ। ਹੌਲੀ ਹੌਲੀ ਸਿਮਰਨ ਦਾ ਚਾਚਾ ਤੇ ਪਿਤਾ ਦੋਨੋਂ ਵਰਤਣ ਲੱਗ ਪਏ ਸਨ। ਉਸ ਦੀ ਮਤਰੇਈ ਮਾਂ ਤੇ ਚਾਚੀ ਵੀ ਇਕੱਠੀਆਂ ਹੀ ਕਿਤੇ ਨਾ ਕਿਤੇ ਜਾ ਆਉਂਦੀਆਂ ਸਨ। ਸਿਮਰਨ ਦੀ ਚਾਚੀ ਉਸ ਨਾਲ ਓਨਾ ਵਿਤਕਰਾ ਨਹੀਂ ਕਰਦੀ ਸੀ ਜਿੰਨਾ ਵਿਤਕਰਾ ਉਸ ਦੀ ਆਪਣੀ ਮਤਰੇਈ ਮਾਂ ਕਰਦੀ ਸੀ। ਸਿਮਰਨ ਹਰ ਸਾਲ ਪੜ੍ਹਾਈ ਵਿੱਚ ਫਸਟ ਆਉਂਦੀ ਤੇ ਉਸ ਨੂੰ ਵਜ਼ੀਫਾ ਮਿਲ ਜਾਂਦਾ। ਸਿਮਰਨ ਦੀ ਮਤਰੇਈ ਮਾਂ ਉਸ ਨੂੰ 12ਵੀਂ ਤੋਂ ਬਾਅਦ ਹਟਾਉਣਾ ਚਾਹੁੰਦੀ ਸੀ, ਪਰ ਉਸ ਦੀ ਚਾਚੀ ਨੇ ਕਿਹਾ ਕਿ ਪੜ੍ਹ ਲਿਖ ਜਾਵੇਗੀ ਤਾਂ ਵਧੀਆ ਰਿਸ਼ਤਾ ਮਿਲ ਜਾਵੇਗਾ, ਦਾਜ ਦਹੇਜ ਨਹੀਂ ਦੇਣਾ ਪਵੇਗਾ। ਉਸ ਦੇ ਸਮਝਾਉਣ ਤੇ ਸਿਮਰਨ ਕਾਲਜ ਪੜ੍ਹਨ ਚਲੀ ਗਈ। ਬਹੁਤ ਹੀ ਸਧਾਰਨ ਕੱਪੜਿਆਂ ਵਿੱਚ ਵੀ ਸਿਮਰਨ ਬਹੁਤ ਸਾਦਾ ਸੁੰਦਰ ਲੱਗਦੀ ਸੀ।
ਕੁਝ ਉਸ ਦੀ ਚਾਚੀ ਉਸ ਨੂੰ ਚੋਰੀਆਂ ਚਫੇਰਿਓਂ ਕੱਪੜੇ ਦੇ ਦਿੰਦੀ ਸੀ ਤੇ ਜੇਕਰ ਉਸ ਦੀ ਮਾਂ ਕੁਝ ਪੁੱਛਦੀ ਤਾਂ ਉਸ ਦੀ ਚਾਚੀ ਕਹਿ ਦਿੰਦੀ ਕਿ ਮੇਰੇ ਇਹ ਸੂਟ ਠੀਕ ਨਹੀਂ ਆਇਆ, ਤਾਂ ਕਰਕੇ ਮੈਂ ਸਿਮਰਨ ਨੂੰ ਦੇ ਦਿੱਤਾ। ਤਾਂ ਸਿਮਰਨ ਦੀ ਮਾਂ ਨੇ ਕਹਿਣਾ ਕਿ ਮੇਰੀ ਕੁੜੀ ਨੂੰ ਦੇ ਦਿਆ ਕਰ। ਇਸ ਤੇ ਉਸ ਦੀ ਚਾਚੀ ਨੇ ਕਹਿਣਾ ਕਿ ਤੇਰੀ ਕੁੜੀ ਮੇਰੇ ਉਤਰੇ ਹੋਏ ਕੱਪੜੇ ਕਿਉਂ ਪਾਵੇਗੀ, ਇਹੀ ਪਾ ਲਿਆ ਕਰੂ। ਸਿਮਰਨ ਦੇ ਨਾਲ ਕਾਲਜ ਵਿੱਚ ਇੱਕ ਮੁੰਡਾ ਪੜ੍ਹਦਾ ਸੀ। ਉਹ ਸਿਮਰਨ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਸੀ। ਉਸ ਨੇ ਸਿਮਰਨ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਿਮਰਨ ਨੇ ਕਦੇ ਉਸ ਨੂੰ ਕੋਈ ਉੱਤਰ ਨਾ ਦਿੱਤਾ ਤੇ ਨੀਵੀਂ ਪਾ ਕੇ ਲੰਘ ਜਾਂਦੀ ਸੀ। ਉਸ ਦੀ ਮਤਰੇਈ ਮਾਂ ਦੀ ਪਹਿਲੀ ਬੇਟੀ ਵੀ ਇਸੇ ਕਾਲਜ ਵਿੱਚ ਪੜ੍ਹਦੀ ਸੀ। ਉਹ ਵੀ ਉਸੇ ਮੁੰਡੇ ਨੂੰ ਪਸੰਦ ਕਰਦੀ ਸੀ। ਉਹ ਮੁੰਡਾ ਹਮੇਸ਼ਾ ਸਿਮਰਨ ਵੱਲ ਵੇਖਦਾ ਰਹਿੰਦਾ ਸੀ ਤੇ ਸਿਮਰਨ ਦੀ ਵੱਡੀ ਭੈਣ ਟੀਨਾ ਨੂੰ ਭੁਲੇਖਾ ਪੈਣਾ ਕਿ ਉਹ ਉਸ ਵੱਲ ਦੇਖਦਾ ਹੈ। ਉਸ ਮੁੰਡੇ ਨੇ ਸਿਮਰਨ ਦੇ ਪਿੰਡ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਟੀਨਾ ਨੂੰ ਪਤਾ ਚੱਲ ਚੁੱਕਿਆ ਸੀ ਕਿ ਇਹ ਮੁੰਡਾ ਉਸ ਦੇ ਪਿੱਛੇ ਨਹੀਂ ਬਲਕਿ ਸਿਮਰਨ ਦੇ ਪਿੱਛੇ ਹੈ। ਉਸ ਨੇ ਘਰ ਜਾ ਕੇ ਸਿਮਰਨ ਦੇ ਖਿਲਾਫ ਵਧਾ ਚੜਾ ਕੇ ਗੱਲਾਂ ਕਰ ਦਿੱਤੀਆਂ। ਸਿਮਰਨ ਦੇ ਪਿਓ ਨੇ ਅੱਜ ਉਸ ਨੂੰ ਦੂਜੀ ਵਾਰ ਥੱਪੜ ਮਾਰਿਆ ਸੀ, ਪਹਿਲੀ ਵਾਰ ਛੋਟੇ ਹੁੰਦਿਆਂ ਤੇ ਇੱਕ ਅੱਜ। ਉਸ ਨੂੰ ਰੋਂਦਾ ਦੇਖ ਕੇ ਤੇ ਚਾਚਾ ਚਾਚੀ ਆਪਣੇ ਘਰ ਲੈ ਗਏ। ਚਾਚਾ ਚਾਚੀ ਨੇ ਸਿਮਰਨ ਤੋਂ ਸਾਰੀ ਗੱਲ ਪੁੱਛੀ ਤਾਂ ਸਿਮਰਨ ਨੇ ਸਾਰੀ ਗੱਲ ਸੱਚੋ ਸੱਚ ਦੱਸ ਦਿੱਤੀ ਤੇ ਚਾਚਾ ਚਾਚੀ ਅੱਗੇ ਵਾਸਤੇ ਪਾਉਣ ਲੱਗੀ। ਚਾਚਾ ਚਾਚੀ ਜੀ, ਮੈਂ ਤਾਂ ਅੱਜ ਤੱਕ ਉਹ ਮੁੰਡੇ ਨੂੰ ਕਦੇ ਦੇਖਿਆ ਵੀ ਨਹੀਂ। ਮੈਨੂੰ ਨਹੀਂ ਪਤਾ ਕੌਣ ਹੈ ਤੇ ਕਿਉਂ, ਕਿਵੇਂ ਤੇ ਕੀ ਹੋ ਰਿਹਾ ਹੈ। ਉਸ ਦੇ ਚਾਚਾ ਚਾਚੀ ਨੇ ਉਸ ਨੂੰ ਚੁੱਪ ਕਰਵਾਇਆ। ਸਿਮਰਨ ਦੇ ਚਾਚਾ ਚਾਚੀ ਨੇ ਉਸ ਮੁੰਡੇ ਦਾ ਘਰ ਪਤਾ ਕਰ ਲਿਆ ਸੀ। ਉਸ ਦੇ ਚਾਚਾ ਜੀ ਨੇ ਪਹਿਲਾਂ ਉਸ ਮੁੰਡੇ ਨੂੰ ਮਿਲਣ ਦਾ ਫੈਸਲਾ ਕੀਤਾ। ਉਸ ਮੁੰਡੇ ਨੇ ਸਿਮਰਨ ਦੇ ਚਾਚਾ ਜੀ ਨੂੰ ਦੱਸਿਆ ਕਿ ਉਹ ਗਲਤ ਮੁੰਡਾ ਨਹੀਂ ਹੈ ਬਲਕਿ ਸਿਮਰਨ ਨੂੰ ਸੱਚੀ ਦਿਲ ਤੋਂ ਪਸੰਦ ਕਰਦਾ ਹੈ। ਉਸ ਦਾ ਚਾਚਾ ਪੁੱਛਦਾ ਹੈ ਕਿ ਉਹ ਸਿਮਰਨ ਨਾਲ ਵਿਆਹ ਕਰਾਵੇਗਾ। ਮੁੰਡਾ ਕਹਿੰਦਾ ਹੈ ਕਿ ਇਸ ਤੋਂ ਜ਼ਿਆਦਾ ਉਸ ਨੂੰ ਹੋਰ ਕੀ ਚਾਹੀਦਾ ਹੈ। ਉਸ ਮੁੰਡੇ ਨੇ ਆਪਣੇ ਮਾਂ-ਬਾਪ ਨੂੰ ਮਨਾ ਲਿਆ। ਉਸ ਦੇ ਮਾਂ-ਬਾਪ ਨੇ ਕਿਹਾ ਕਿ ਬਸ ਕੁੜੀ ਚੰਗੀ ਹੋਵੇ, ਹੋਰ ਉਹਨਾਂ ਨੂੰ ਕੁਝ ਨਹੀਂ ਚਾਹੀਦਾ। ਕੁਝ ਦਿਨਾਂ ਵਿੱਚ ਹੀ ਉਸ ਮੁੰਡੇ ਦੇ ਮਾਂ-ਬਾਪ ਨੇ ਸਿਮਰਨ ਦੇ ਘਰ ਰਿਸ਼ਤਾ ਭੇਜ ਦਿੱਤਾ। ਸਿਮਰਨ ਦੀ ਵੱਡੀ ਭੈਣ ਨੇ ਫਿਰ ਤੋਂ ਕਲੇਸ਼ ਪਾ ਲਿਆ। ਉਸ ਨੇ ਆਪਣੀ ਮਾਂ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਮੁੰਡੇ ਨਾਲ ਉਸ ਦਾ ਵਿਆਹ ਕੀਤਾ ਜਾਵੇ, ਨਾ ਕਿ ਸਿਮਰਨ ਦਾ। ਸਿਮਰਨ ਦੀ ਮਤਰੇਈ ਮਾਂ ਨੂੰ ਬਹੁਤ ਸਾਰੀਆਂ ਚਾਲਾਂ ਚੱਲੀਆਂ, ਪਰ ਮੁੰਡੇ ਵਾਲਿਆਂ ਨੂੰ ਸਿਰਫ ਸਿਮਰਨ ਹੀ ਪਸੰਦ ਸੀ। ਬਲਜੀਤ ਨੇ ਸਰਬਜੀਤ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਤੇਰੀ ਕੁੜੀ ਨੇ ਤਾਂ ਨਿਕਲ ਜਾਣਾ, ਆਪੇ ਵਿਆਹ ਕਰਾਉਣ ਲੱਗਿਆ ਖਸਮਾਂ ਖਾਣੀ। ਸਰਬਜੀਤ ਵੀ ਇਸ ਵਿਆਹ ਦੇ ਖਿਲਾਫ ਹੋ ਗਿਆ, ਪਰ ਸਿਮਰਨ ਦਾ ਚਾਚਾ ਵਿਚਕਾਰ ਚਟਾਨ ਬਣ ਕੇ ਖੜ ਗਿਆ। ਉਹ ਕਹਿੰਦਾ, ਮੇਰੀ ਕਰਮਾਂ ਮਾਰੀ ਧੀ ਨੇ ਬਹੁਤ ਕੁਝ ਸਹਿ ਲਿਆ, ਤੂੰ ਇਸ ਦਾ ਵਿਆਹ ਨਹੀਂ ਕਰਨਾ, ਨਾ ਕਰ, ਮੈਂ ਕਰਾਂਗਾ। ਇਸ ਤੇ ਸਰਬਜੀਤ ਕਹਿੰਦਾ ਹੈ, ਲੈ ਜਾ ਇਸ ਨੂੰ ਆਪਣੇ ਘਰ, ਮੇਰੀਆਂ ਅੱਖਾਂ ਤੋਂ ਦੂਰ ਕਰ ਦੇ। ਮੈਂ ਇਹੋ ਜਿਹੀ ਇੱਜ਼ਤ ਪੱਟਣੀ ਧੀ ਆਪਣੇ ਘਰ ਨਹੀਂ ਰੱਖਣੀ। ਸਿਮਰਨ ਬਹੁਤ ਰੋਂਦੀ ਹੈ, ਪਰ ਉਸ ਦਾ ਚਾਚਾ ਉਸ ਨੂੰ ਚੁੱਪ ਕਰਵਾ ਕੇ ਆਪਣੇ ਘਰ ਲੈ ਜਾਂਦਾ ਹੈ। ਸਿਮਰਨ ਦੀ ਚਾਚੀ ਉਸ ਦੇ ਚਾਚੇ ਨਾਲ ਬਹੁਤ ਜ਼ਿਆਦਾ ਲੜਦੀ ਹੈ ਕਿ ਉਹ ਕਿਉਂ ਕਰੇ ਉਸ ਦੀ ਕੁੜੀ ਤੇ ਖਰਚਾ। ਇਸ ਤੇ ਉਸ ਦਾ ਚਾਚਾ ਕਹਿੰਦਾ ਹੈ ਕਿ ਰੱਬ ਨੇ ਕੁਝ ਸੋਚ ਕੇ ਹੀ ਉਹਨਾਂ ਨੂੰ ਧੀ ਨਹੀਂ ਦਿੱਤੀ। ਜੇ ਉਹ ਇਸ ਧੀ ਦਾ ਵਿਆਹ ਕਰ ਦੇਣਗੇ, ਕੁਝ ਨਹੀਂ ਘਟਦਾ ਆਪਣਾ, ਬਲਕਿ ਰੱਬ ਨੇ ਆਪਾਂ ਨੂੰ ਦੁੱਗਣਾ ਦੇਣਾ ਹੈ। ਕੁਝ ਕਲੇਸ਼ ਕਰਨ ਤੋਂ ਬਾਅਦ ਉਸ ਦੀ ਚਾਚੀ ਮੰਨ ਜਾਂਦੀ ਹੈ। ਵਿਆਹ ਦਾ ਦਿਨ ਧਰ ਦਿੱਤਾ ਗਿਆ ਸੀ। ਉਸ ਦੇ ਪਿਓ ਤੇ ਮਤਰੇਈ ਮਾਂ ਵਿਆਹ ਵਿੱਚ ਸ਼ਾਮਲ ਨਹੀਂ ਹੋ ਰਹੇ ਸਨ। ਸਿਮਰਨ ਬਹੁਤ ਦੁਖੀ ਸੀ, ਪਰ ਉਸ ਦੀ ਚਾਚਾ ਚਾਚੀ ਦੇ ਕਹਿਣ ਤੇ ਸਿਮਰਨ ਨੇ ਥੋੜਾ ਖੁਸ਼ ਰਹਿਣਾ ਸ਼ੁਰੂ ਕਰ ਦਿੱਤਾ। ਉਸ ਦੇ ਰੂਪ ਵਿੱਚ ਦੁੱਗਣਾ ਤਿੱਗਣਾ ਨਿਖਾਰ ਆ ਗਿਆ। ਬਹੁਤ ਖੁਸ਼ ਸੀ ਸਿਮਰਨ। ਸਿਮਰਨ ਦਾ ਹੋਣ ਵਾਲਾ ਪਤੀ ਅਗਮਜੀਤ ਸਿੰਘ ਉਸ ਨਾਲ ਫੋਨ ਤੇ ਗੱਲਾਂ ਕਰਦਾ ਰਹਿੰਦਾ ਸੀ। ਦੋਵੇਂ ਬਹੁਤ ਖੁਸ਼ ਸਨ।
ਕਦੇ-ਕਦੇ ਆਪਣੇ ਚਾਚੀ ਤੋਂ ਆਗਿਆ ਲੈ ਕੇ ਅਗਮ, ਸਿਮਰਨ ਤੇ ਉਸ ਦੇ ਚਾਚੇ ਦਾ ਪੁੱਤ ਘੁੰਮਣ ਵੀ ਚਲੇ ਜਾਂਦੇ ਸਨ। ਕਦੇ ਕੱਪੜੇ ਲੈਣ, ਕਦੇ ਸ਼ਾਪਿੰਗ ਕਰਨ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਇੱਕ ਦਿਨ ਅਗਮ ਨੇ ਸਿਮਰਨ ਦੇ ਚਾਚੇ ਦੇ ਪੁੱਤਰ ਵੀਰ ਸਿੰਘ ਨੂੰ ਫੋਨ ਕਰਕੇ ਕੁਝ ਕੱਪੜੇ ਲੈਣ ਲਈ ਬੁਲਾ ਲਿਆ। ਵੀਰ ਤੇ ਅਗਮ ਸ਼ਹਿਰ ਵਿੱਚ ਸ਼ਾਪਿੰਗ ਕਰ ਰਹੇ ਸਨ। ਵਿਆਹ ਵਿੱਚ 2 ਦਿਨ ਹੀ ਰਹਿੰਦੇ ਸਨ। ਵੀਰ ਅਤੇ ਅਗਮ ਦਾ ਐਕਸੀਡੈਂਟ ਹੋ ਗਿਆ। ਅਗਮ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਵੀਰ ਦੇ ਬਹੁਤ ਸੱਟਾਂ ਲੱਗੀਆਂ, ਪਰ ਉਹ ਬਚ ਗਿਆ। ਹੁਣ ਉਹ ਹਸਪਤਾਲ ਵਿੱਚ ਦਾਖਲ ਸੀ। ਸਿਮਰਨ ਦੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ ਸੀ। ਹੁਣ ਸਿਮਰਨ ਦੇ ਚਾਚਾ ਚਾਚੀ ਉਸ ਨੂੰ ਚੁੱਪ ਕਰਵਾ ਰਹੇ ਸਨ, ਪਰ ਉਹ ਸਭ ਕੁਝ ਦੀ ਜ਼ਿੰਮੇਵਾਰ ਆਪਣੇ ਆਪ ਨੂੰ ਦੱਸ ਰਹੀ ਸੀ। ਉਸ ਨੂੰ ਮਨ ਵਿੱਚ ਵਹਿਮ ਪੈਦਾ ਹੋ ਗਿਆ ਸੀ ਕਿ ਉਹ ਸੱਚਮੁੱਚ ਮਾੜੇ ਕਰਮਾਂ ਵਾਲੀ ਹੈ। ਤਾਂ ਹੀ ਛੋਟੇ ਹੁੰਦੇ ਤੋਂ ਉਹ ਜਿਸ ਨੂੰ ਵੀ ਪਿਆਰ ਕਰਦੀ ਹੈ, ਉਹੀ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਹੈ। ਸਿਮਰਨ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਉਸ ਦੇ ਸਹੁਰੇ ਉਸ ਨੂੰ ਹੁਣ ਵੀ ਧੀ ਬਣਾ ਕੇ ਲੈ ਕੇ ਜਾਣਾ ਚਾਹੁੰਦੇ ਸਨ। ਸਿਮਰਨ ਉਹਨਾਂ ਨੂੰ ਕਹਿੰਦੀ ਹੈ ਕਿ ਉਹਨਾਂ ਦਾ ਸਾਰੀ ਉਮਰ ਖਿਆਲ ਰੱਖੇਗੀ, ਪਰ ਅਜੇ ਉਹ ਉਹਨਾਂ ਕੋਲ ਨਹੀਂ ਜਾ ਸਕਦੀ ਹੈ। ਸਿਮਰਨ ਆਪਣੇ ਚਾਚਾ ਚਾਚੀ ਨੂੰ ਕਹਿੰਦੀ ਹੈ ਕਿ ਉਹ ਉਹਨਾਂ ਉੱਪਰ ਹੁਣ ਹੋਰ ਕਾਲਾ ਸਾਇਆ ਬਣ ਕੇ ਨਹੀਂ ਰਹਿ ਸਕਦੀ। ਉਹ ਇਸ ਘਰ ਨੂੰ ਛੱਡ ਕੇ ਕਿਤੇ ਜਾਣਾ ਚਾਹੁੰਦੀ ਹੈ। ਸਿਮਰਨ ਬਹੁਤ ਜਗ੍ਹਾ ਨੌਕਰੀ ਲਈ ਅਪਲਾਈ ਕਰਦੀ ਹੈ। ਉਸ ਨੂੰ ਇੱਕ ਹਸਪਤਾਲ ਵਿੱਚ ਨੌਕਰੀ ਮਿਲ ਜਾਂਦੀ ਹੈ। ਸਿਮਰਨ ਆਪਣੇ ਚਾਚਾ ਚਾਚੀ ਤੋਂ ਵਿਦਾ ਲੈ ਕੇ ਸ਼ਹਿਰ ਵਿੱਚ ਨੌਕਰੀ ਕਰਨ ਚਲੀ ਜਾਂਦੀ ਹੈ। ਹੁਣ ਉਹ ਸੋਚਦੀ ਹੈ ਕਿ ਅੱਜ ਤੋਂ ਬਾਅਦ ਉਹ ਕਿਸੇ ਨੂੰ ਪਿਆਰ ਨਹੀਂ ਕਰੇਗੀ। ਉਹ ਤਾਂ ਕਰਮਾਂ ਮਾਰੀ ਹੈ, ਜਿਹੜੀ ਆਪਣੇ ਪਿਆਰ ਦੀ ਹੀ ਜਾਨ ਲੈ ਰਹੀ ਹੈ। ਹਸਪਤਾਲ ਵਿੱਚ ਇੱਕ ਡਾਕਟਰ ਸੀ, ਬਹੁਤ ਹੀ ਖੁਸ਼ ਰਹਿਣ ਵਾਲਾ, ਹਮੇਸ਼ਾ ਆਪਣੇ ਮਰੀਜ਼ਾਂ ਦੀ ਦੇਖਭਾਲ ਕਰਦਾ ਰਹਿੰਦਾ ਸੀ। ਸਿਮਰਨ ਉਸ ਦੇ ਸੁਭਾਅ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਸਿਮਰਨ ਨੇ ਸ਼ਹਿਰ ਆ ਕੇ ਆਪਣਾ ਨੰਬਰ ਵੀ ਬਦਲ ਲਿਆ ਸੀ, ਤਾਂ ਜੋ ਆਪਣੇ ਘਰਦਿਆਂ ਨਾਲ ਦੁਬਾਰਾ ਗੱਲ ਨਾ ਕਰ ਸਕੇ। ਉਹ ਉਹਨਾਂ ਦੀ ਜਾਨ ਉੱਪਰ ਕਿਸੇ ਪ੍ਰਕਾਰ ਦੀ ਮੁਸੀਬਤ ਨਹੀਂ ਬਣਨਾ ਚਾਹੁੰਦੀ ਸੀ। ਸਿਮਰਨ ਨਾਲ ਦੇ ਘਰ ਵਿੱਚ ਹੀ ਪੀਜੀ ਵਿੱਚ ਰਹਿਣ ਲੱਗ ਪਈ। ਉਸੇ ਘਰ ਵਿੱਚ ਹੋਰ ਡਾਕਟਰ ਤੇ ਨਰਸਾਂ ਵੀ ਰਹਿੰਦੇ ਸਨ। ਉਹ ਹਸਮੁਖ ਡਾਕਟਰ ਵੀ ਉੱਥੇ ਹੀ ਰਹਿੰਦਾ ਸੀ। ਉਸ ਦਾ ਇੱਕ ਬੇਟਾ ਸੀ। ਸਿਮਰਨ ਦਾ ਹੌਲੀ-ਹੌਲੀ ਉਸ ਬੱਚੇ ਨਾਲ ਪਿਆਰ ਪੈਣ ਲੱਗ ਪਿਆ। ਉਹ ਬੱਚਾ ਸਿਮਰਨ ਨਾਲ ਹੀ ਖੇਡਦਾ ਰਹਿੰਦਾ ਸੀ। ਉੱਥੇ ਰਹਿਣ ਵਾਲਿਆਂ ਤੋਂ ਪਤਾ ਲੱਗਾ ਕਿ ਡਾਕਟਰ ਦਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਹੈ, ਸਿਰਫ ਉਸ ਦਾ ਇਹ ਬੇਟਾ ਹੀ ਉਸ ਦੀ ਦੁਨੀਆ ਹੈ। ਸਿਮਰਨ ਨੇ ਕਿਹਾ ਕਿ ਉਹਨਾਂ ਦੀ ਪਤਨੀ ਕਿੱਥੇ ਹੈ, ਤਾਂ ਉਹਨਾਂ ਲੋਕਾਂ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਕੁਝ ਸਾਲ ਪਹਿਲਾਂ ਉਸ ਦੇ ਬੇਟੇ ਦੇ ਜਨਮ ਤੋਂ ਬਾਅਦ ਹੀ ਹੋ ਗਈ ਸੀ। ਸਿਮਰਨ ਤੇ ਡਾਕਟਰ ਸਵੇਰੇ ਸ਼ਾਮ ਸੈਰ ਕਰਨ ਤੇ ਮਿਲ ਜਾਂਦੇ ਸਨ। ਉਹ ਬੈਠ ਕੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਨ ਲੱਗ ਪਏ ਸਨ। ਸਿਮਰਨ ਨੇ ਡਾਕਟਰ ਨੂੰ ਉਸ ਦੀ ਜ਼ਿੰਦਗੀ ਬਾਰੇ ਪੁੱਛਿਆ। ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਦਾ ਨਾਮ ਮਾਨਵ ਹੈ। ਉਸ ਦੇ ਮਾਂ-ਬਾਪ ਦੀ ਛੋਟੇ ਹੁੰਦਿਆਂ ਹੀ ਮੌਤ ਹੋ ਗਈ ਸੀ। ਉਹ ਇੱਕ NGO ਵਿੱਚ ਰਹਿ ਕੇ ਪੜ੍ਹਿਆ ਹੈ। ਫਿਰ ਉਸਨੇ NGO ਵਾਲੀ ਇੱਕ ਕੁੜੀ ਨਾਲ ਵਿਆਹ ਕਰਾ ਲਿਆ ਸੀ। ਬੇਟੇ ਦੇ ਪੈਦਾ ਹੁੰਦਿਆਂ ਹੀ ਉਸ ਦੀ ਮੌਤ ਹੋ ਗਈ। ਹੁਣ ਉਹ ਜ਼ਿੰਦਗੀ ਵਿੱਚ ਇਕੱਲਾ ਰਹਿੰਦਾ ਹੈ। ਉਹ ਤੇ ਉਸ ਦਾ ਬੇਟਾ ਹੀ ਇੱਕ ਦੂਜੇ ਦਾ ਸਹਾਰਾ ਹਨ। ਸਿਮਰਨ ਹਸਪਤਾਲ ਵਿੱਚ ਬਹੁਤ ਦਿਲ ਜਾਨ ਨਾਲ ਲਗਾ ਕੇ ਕੰਮ ਕਰਨ ਲੱਗ ਪਈ। ਉਸ ਨੇ ਕੋਲ ਦੀ ਕੋਠੀ ਵਿੱਚ ਹੀ ਪੀਜੀ ਕਿਰਾਏ ਤੇ ਲੈ ਲਿਆ। ਉਸ ਨੂੰ ਨਹੀਂ ਪਤਾ ਸੀ ਕਿ ਇਹ ਕੋਠੀ ਉਸੇ ਡਾਕਟਰ ਦੀ ਹੈ। ਜਦੋਂ ਉਹ ਉਸ ਕੋਠੀ ਵਿੱਚ ਦਾਖਲ ਹੋਈ ਤਾਂ ਇੱਕ ਕੋਈ ਔਰਤ ਲੱਗਦਾ ਜਿਵੇਂ ਕੰਮ ਵਾਲੀ ਹੋਵੇ, ਇੱਕ ਛੋਟੇ ਬੱਚੇ ਨੂੰ ਖਿਡਾ ਰਹੀ ਸੀ। ਬੱਚਾ 2 ਮਹੀਨਿਆਂ ਦਾ ਸੀ। ਸਿਮਰਨ ਨੇ ਬੱਚੇ ਵੱਲ ਦੇਖਿਆ। ਬੱਚਾ ਬਹੁਤ ਹੀ ਪਿਆਰਾ ਸੀ। ਬੱਚੇ ਦੇ ਨਿੱਕੇ ਨਿੱਕੇ ਹੱਥ, ਨਿੱਕੇ ਨਿੱਕੇ ਪੈਰ, 2 ਪਿਆਰੀਆਂ ਬਿੱਲੀਆਂ ਅੱਖਾਂ, ਬਹੁਤ ਹੀ ਜ਼ਿਆਦਾ ਗੋਰਾ ਰੰਗ, ਦੇਖਣ ਵਿੱਚ ਬਹੁਤ ਹੀ ਛੋਟਾ ਜਿਹਾ ਲੱਗਦਾ ਸੀ। ਸਿਮਰਨ ਦਾ ਦਿਲ ਕੀਤਾ ਕਿ ਉਸ ਬੱਚੇ ਨੂੰ ਚੁੱਕ ਲਵੇ। ਫਿਰ ਉਸ ਨੂੰ ਯਾਦ ਆਇਆ ਕਿ ਉਹ ਜਿਸ ਨੂੰ ਵੀ ਪਿਆਰ ਕਰਦੀ ਹੈ, ਉਹ ਇਸ ਦੁਨੀਆ ਤੋਂ ਚਲਾ ਜਾਂਦਾ ਹੈ। ਉਹ ਤਾਂ ਕਰਮਾਂ ਮਾਰੀ ਹੈ। ਸਿਮਰਨ ਸੋਚਦੀ ਹੈ ਕਿ ਹੁਣ ਮੈਂ ਇਸ ਬੱਚੇ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ। ਇਸ ਲਈ ਬੱਚੇ ਨੂੰ ਬਿਨਾਂ ਬੁਲਾਏ ਉਹ ਅੱਗੇ ਲੰਘ ਗਈ। ਸ਼ਾਮ ਨੂੰ ਉਸ ਦੇ ਨਾਲ 2 ਨਰਸਾਂ ਹੋਰ ਰਹਿਣ ਲਈ ਆ ਗਈਆਂ। ਉਹ ਛੋਟੇ ਬੱਚੇ ਨੂੰ ਵੀ ਨਾਲ ਚੁੱਕ ਲਿਆਈਆਂ
ਸਨ। ਸਿਮਰਨ ਹੁਣ ਆਪਣੇ ਦਿਲ ਦੇ ਹੱਥੋਂ ਮਜਬੂਰ ਹੋ ਗਈ। ਉਸਨੇ ਆਖਰ ਛੋਟੇ ਬੱਚੇ ਨੂੰ ਚੁੱਕ ਹੀ ਲਿਆ। ਬੱਚਾ ਉਸਦੇ ਵਾਲਾਂ ਨਾਲ ਖੇਡਣ ਲੱਗਾ। ਸਿਮਰਨ ਤੇ ਪਤਾ ਨਹੀਂ ਕਿਉਂ ਉਸ ਨੂੰ ਬੱਚੇ ਨੂੰ ਦੇਖ ਕੇ ਹੰਝੂ ਕਿਰਨ ਲੱਗੇ। ਉਸ ਨੂੰ ਰੋਂਦਾ ਦੇਖ ਕੇ ਨਾਲ ਵਾਲੀਆਂ ਨਰਸਾਂ ਉਸ ਦੇ ਰੋਣ ਦਾ ਕਾਰਨ ਪੁੱਛਣ ਲੱਗੀਆਂ, ਪਰ ਸਿਮਰਨ ਕੁਝ ਨਹੀਂ, ਬਸ ਐਵੇਂ ਹੀ ਕਹਿ ਕੇ ਬਾਥਰੂਮ ਵੱਲ ਚਲੀ ਗਈ। ਸਿਮਰਨ ਸ਼ਾਮ ਨੂੰ ਸੈਰ ਕਰਨ ਲਈ ਚਲੀ ਗਈ। ਹਸਪਤਾਲ ਵਾਲੇ ਡਾਕਟਰ ਵੀ ਉੱਥੇ ਸੈਰ ਕਰਨ ਆਏ ਹੋਏ ਸਨ। ਦੋਨਾਂ ਵਿੱਚ ਥੋੜੀ ਹਾਏ ਹੈਲੋ ਹੋਈ ਤੇ ਫਿਰ ਆਪਣੇ ਆਪਣੇ ਰਾਹ ਪੈ ਗਏ। ਸਿਮਰਨ ਦੁਬਾਰਾ ਜਦੋਂ ਪੀਜੀ ਵਿੱਚ ਆਈ ਤਾਂ ਉਹ ਖੁਦ ਹੀ ਬੱਚੇ ਨੂੰ ਆਪਣੇ ਕਮਰੇ ਵਿੱਚ ਚੁੱਕ ਲਿਆਈ ਸੀ। ਨਾਲ ਦੀਆਂ ਕੁੜੀਆਂ ਤੋਂ ਪਤਾ ਲੱਗਿਆ ਕਿ ਇਸ ਬੱਚੇ ਦੀ ਮਾਂ ਦੀ ਮੌਤ ਇਸ ਨੂੰ ਜਨਮ ਦੇਣ ਵੇਲੇ ਹੀ ਹੋਈ ਸੀ। ਦਿਲ ਬਹੁਤ ਜ਼ਿਆਦਾ ਦੁਖੀ ਹੋਇਆ। ਸਿਮਰਨ ਮਨ ਹੀ ਮਨ ਸੋਚਣ ਲੱਗੀ, ਕਿਤੇ ਇਹ ਬੱਚਾ ਵੀ ਮੇਰੇ ਵਾਂਗੂ ਕਰਮਾਂ ਦਾ ਮਾਰਾ ਨਾ ਬਣ ਜਾਵੇ। ਫਿਰ ਉਸਨੇ ਦੇਖਿਆ ਕਿ ਡਾਕਟਰ ਸਾਹਿਬ ਬੱਚੇ ਨੂੰ ਲੈਣ ਆ ਗਏ ਸਨ। ਇੰਨੇ ਹਸਮੁਖ ਚਿਹਰੇ ਨੂੰ ਦੇਖ ਕੇ ਲੱਗਦਾ ਹੀ ਨਹੀਂ ਸੀ ਕਿ ਉਸ ਤੇ ਇੰਨਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਕੇ ਹਟਿਆ ਹੈ। ਹੌਲੀ ਹੌਲੀ ਸਿਮਰਨ ਦੀ ਉਸ ਬੱਚੇ ਨਾਲ ਦੋਸਤੀ ਵਧਣ ਲੱਗੀ। ਉਹ ਬੱਚਾ ਵੀ ਜਿਵੇਂ ਉਸ ਨਾਲ ਲਗਾਵ ਮਹਿਸੂਸ ਕਰਦਾ ਸੀ। ਬੱਚੇ ਦੇ ਨਾਲ ਨਾਲ ਸਿਮਰਨ ਦੀ ਉਸ ਡਾਕਟਰ ਨਾਲ ਵੀ ਦੋਸਤੀ ਹੋਣ ਲੱਗ ਪਈ ਸੀ। ਜ਼ਿੰਦਗੀ ਨਿਰਾਸ਼ਾ ਤੋਂ ਆਸ਼ਾ ਵੱਲ ਜਾ ਰਹੀ ਸੀ। ਸਿਮਰਨ ਹੁਣ ਜਿੰਨਾ ਸਮਾਂ ਹੋ ਸਕਦਾ ਸੀ ਉਸ ਬੱਚੇ ਨਾਲ ਬਿਤਾਉਣ ਦੀ ਕੋਸ਼ਿਸ਼ ਕਰਦੀ। ਇੱਕ ਦਿਨ ਡਾਕਟਰ ਸਾਹਿਬ ਪਾਰਕ ਵਿੱਚ ਬੈਠੇ ਸਨ। ਸਿਮਰਨ ਦਾ ਵੀ ਸੈਰ ਕਰਨ ਲਈ ਦਿਲ ਨਹੀਂ ਕਰਦਾ ਸੀ। ਉਹ ਜਾ ਕੇ ਡਾਕਟਰ ਸਾਹਿਬ ਕੋਲ ਬੈਠ ਗਈ। ਪਹਿਲਾਂ ਰਸਮੀ ਹੈਲੋ ਹਾਏ ਹੋਈ, ਫਿਰ ਡਾਕਟਰ ਸਾਹਿਬ ਗੱਲ ਸ਼ੁਰੂ ਕਰਦੇ ਹੋਏ ਕਹਿਣ ਲੱਗੇ ਕਿ ਮੈਂ ਤਾਂ ਭੁੱਲ ਹੀ ਗਿਆ ਸੀ, ਅੱਜ ਤੱਕ ਤੁਹਾਡਾ ਨਾਮ ਹੀ ਨਹੀਂ ਪੁੱਛਿਆ। ਸਿਮਰਨ ਦੱਸਣ ਲੱਗੀ ਕਿ ਉਸ ਦਾ ਨਾਮ ਸਿਮਰਨ ਹੈ, ਪਰ ਉਸ ਦੇ ਘਰ ਦੇ ਉਸ ਨੂੰ ਕਰਮਾ ਮਾਰੀ ਕਹਿੰਦੇ ਸਨ। ਡਾਕਟਰ ਕਹਿੰਦੇ ਇਹ ਕਿਉਂ? ਸਿਮਰਨ ਕਹਿਣ ਲੱਗੀ ਪਤਾ ਨਹੀਂ, ਵੈਸੇ ਹੀ ਸ਼ਾਇਦ ਮੇਰੇ ਕਰਮ ਮਾੜੇ ਸਨ। ਡਾਕਟਰ ਕਹਿਣ ਲੱਗੇ ਨਹੀਂ ਸਿਮਰਨ, ਤੂੰ ਇੰਨਾ ਪੜ੍ਹ ਲਿਖ ਕੇ ਵੀ ਕਰਮਾਂ ਵਿੱਚ ਯਕੀਨ ਰੱਖਦੀ ਹੈ। ਸਿਮਰਨ ਕਹਿਣ ਲੱਗੀ ਚੰਗੇ ਕਰਮਾਂ ਦਾ ਤਾਂ ਸਾਨੂੰ ਪਤਾ ਨਹੀਂ, ਪਰ ਮਾੜੇ ਕਰਮ ਜ਼ਰੂਰ ਹੁੰਦੇ ਨੇ। ਚਲੋ ਮੇਰੀ ਛੱਡੋ, ਤੁਸੀਂ ਦੱਸੋ ਤੁਹਾਡਾ ਕੀ ਨਾਮ ਹੈ? ਡਾਕਟਰ ਨੇ ਕਿਹਾ ਮੇਰਾ ਨਾਮ ਮਾਨਵ ਹੈ। ਚਲੋ ਫਿਰ ਕੱਲ ਮਿਲਦੇ ਹਾਂ। ਸਿਮਰਨ ਨੇ ਕਿਹਾ ਅੱਜ ਮੇਰੀ ਰਾਤ ਦੀ ਡਿਊਟੀ ਹੈ। ਡਾਕਟਰ ਕਹਿਣ ਲੱਗਿਆ ਓ ਤੁਸੀਂ ਜਾਓ ਫਿਰ, ਮੇਰੀ ਤਾਂ ਕੱਲ ਦਿਨ ਦੀ ਡਿਊਟੀ ਹੈ। ਕੱਲ ਸ਼ਾਮ ਨੂੰ ਮਿਲਦੇ ਹਾਂ ਜੇ ਸਮਾਂ ਲੱਗਿਆ। ਸਿਮਰਨ ਮਨ ਹੀ ਮਨ ਆਪਣੇ ਆਪ ਨੂੰ ਕੋਸਣ ਲੱਗੀ ਕਿ ਉਹ ਇੱਥੇ ਤਾਂ ਆਈ ਸੀ ਕਿ ਉਹ ਕਿਸੇ ਨਾਲ ਦੋਸਤੀ ਪਿਆਰ ਕੁਝ ਵੀ ਨਹੀਂ ਰੱਖੇਗੀ, ਪਰ ਉਹ ਇਸ ਸੰਸਾਰੀ ਝੰਜਟ ਵਿੱਚ ਫਿਰ ਫਸਦੀ ਜਾ ਰਹੀ ਹੈ। ਸੋਚ ਰਹੀ ਸੀ ਕਿ ਉੱਥੇ ਜਾ ਕੇ ਇਸ ਦੁਨਿਆਵੀ ਦੁਨੀਆ ਤੋਂ ਦੂਰ ਹੋ ਜਾਵੇਗੀ, ਪਰ ਫਿਰ ਸੰਸਾਰੀ ਦੁਨੀਆ ਵਿੱਚ ਪੈਂਦੀ ਜਾ ਰਹੀ ਸੀ। ਸਿਮਰਨ ਬੈਂਚ ਉੱਪਰ ਬੈਠ ਕੇ ਰੋਣ ਲੱਗ ਪਈ। ਰੋਂਦੇ ਰੋਂਦੇ ਰੱਬ ਨੂੰ ਕੋਸਣ ਲੱਗ ਪਈ, ਰੱਬਾ ਜੀ ਤੇ ਮੇਰੀ ਇੰਨੀ ਮਾੜੀ ਕਿਸਮਤ ਬਣਾਉਣੀ ਸੀ ਤਾਂ ਮੈਨੂੰ ਇਹੋ ਜਿਹਾ ਕੋਈ ਤੱਥ ਜਾਂ ਸ਼ਕਤੀ ਦੇ ਦੇ ਜਿਸ ਨਾਲ ਮੈਂ ਤੇਰੇ ਬਣਾਏ ਹੋਏ ਲੋਕਾਂ ਨੂੰ ਪਿਆਰ ਨਾ ਕਰਾਂ, ਇਹਨਾਂ ਲੋਕਾਂ ਤੋਂ ਦੂਰ ਹੋ ਜਾਵਾਂ। ਸਿਮਰਨ ਕੁਝ ਦੇਰ ਰੋ ਕੇ ਫਿਰ ਤਿਆਰ ਹੋ ਕੇ ਕੰਮ ਤੇ ਚਲੀ ਗਈ। ਸਿਮਰਨ ਦੂਸਰੇ ਦਿਨ ਸ਼ਾਮ ਨੂੰ ਫਿਰ ਪਾਰਕ ਵਿੱਚ ਗਈ। ਸਿਮਰਨ ਤੇ ਡਾਕਟਰ ਮਾਨਵ ਹੁਣ ਕਾਫੀ ਘੁਲ ਮਿਲ ਗਏ ਸਨ। ਇਹਨਾਂ ਕਈ ਦਿਨਾਂ ਦੀਆਂ ਮੁਲਾਕਾਤਾਂ ਤੋਂ ਬਾਅਦ ਸਿਮਰਨ ਵੀ ਹੁਣ ਸਕਾਰਾਤਮਕ ਨਜ਼ਰੀਆ ਰੱਖਣ ਲੱਗ ਪਈ ਸੀ। ਉਸ ਨੂੰ ਲੱਗਣ ਲੱਗ ਪਿਆ ਸੀ ਕਿ ਹੁਣ ਜ਼ਿੰਦਗੀ ਵਿੱਚ ਕੁਝ ਚੰਗਾ ਹੋਵੇਗਾ। ਇੱਕ ਦਿਨ ਡਾਕਟਰ ਮਾਨਵ ਨੇ ਸਿਮਰਨ ਨੂੰ ਕਿਹਾ ਕਿ ਉਸ ਦਾ ਪਰਿਵਾਰ ਵਿੱਚ ਕੌਣ-ਕੌਣ ਹੈ। ਸਿਮਰਨ ਕਹਿਣ ਲੱਗੀ ਇਸ ਸਮੇਂ ਤਾਂ ਕੋਈ ਵੀ ਨਹੀਂ, ਮਾਵਾਂ ਨਾਲ ਹੀ ਦੁਨੀਆ ਹੁੰਦੀ ਹੈ। ਉਹ ਮੈਨੂੰ ਛੋਟੇ ਹੁੰਦੇ ਛੱਡ ਕੇ ਚਲੀ ਗਈ ਸੀ। ਉਸ ਤੋਂ ਬਾਅਦ ਮੈਨੂੰ ਮੇਰੀ ਮੀਤੋ ਕਿਤੇ ਵੀ ਨਹੀਂ ਮਿਲੀ। ਲੱਭ ਕੇ ਥੱਕ ਗਈ ਹਾਂ। ਡਾਕਟਰ ਮਾਨਵ ਦੇ ਕਹਿਣ ਤੇ ਜ਼ਿਆਦਾ ਜ਼ੋਰ ਪਾਉਣ ਤੇ ਸਿਮਰਨ ਨੇ ਆਪਣੇ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਦੀ ਕਹਾਣੀ ਡਾਕਟਰ ਮਾਨਵ ਨੂੰ ਦੱਸੀ। ਡਾਕਟਰ ਮਾਨਵ ਕਹਿਣ ਲੱਗੇ ਬਸ ਏਡੀ ਕੋ ਗੱਲ, ਤੂੰ ਸਾਰੀ ਉਮਰ ਆਪਣੇ ਆਪ ਨੂੰ ਦੋਸ਼ ਦਿੰਦੀ ਆਈ ਹੈ, ਤੈਨੂੰ ਤੇਰੇ ਕਰਮਾਂ ਮਾਰੀ ਕਹਿ ਕੇ ਬੁਲਾਇਆ। ਦੇਖ ਸਿਮਰਨ, ਅਸੀਂ ਜੋ ਸੋਚਦੇ ਹਾਂ ਉਹੀ ਸਾਡੇ ਨਾਲ ਵਾਪਰਦਾ ਹੈ। ਤੂੰ ਇਸ ਜ਼ਿੰਦਗੀ ਲਈ ਆਪਣੇ ਆਪ ਨੂੰ ਦੋਸ਼ ਨਾ ਦੇ। ਜੋ ਹੋਇਆ ਉਸ ਵਿੱਚ ਤੇਰੀ ਕੋਈ ਗਲਤੀ ਨਹੀਂ ਸੀ। ਤੂੰ ਪਰਮਾਤਮਾ ਥੋੜੇ ਹੈ
ਜਿਹੜਾ ਤੇਰੇ ਕਾਰਨ ਸਭ ਕੁਝ ਹੋ ਰਿਹਾ ਹੈ। ਹੋਣਾ ਉਹੀ ਹੁੰਦਾ ਹੈ ਜੋ ਕਰਮਾਂ ਵਿੱਚ ਹੁੰਦਾ ਹੈ, ਪਰ ਜੇਕਰ ਅਸੀਂ ਸਕਾਰਾਤਮਕ ਸੋਚ ਰੱਖਾਂਗੇ ਤਾਂ ਸਭ ਕੁਝ ਸਹੀ ਹੋਵੇਗਾ। ਨਕਾਰਾਤਮਕ ਸੋਚ ਰੱਖੇਂਗੀ ਤਾਂ ਨਕਾਰਾਤਮਕ ਹੀ ਹੋਵੇਗਾ। ਸਿਮਰਨ ਡਾਕਟਰ ਮਾਨਵ ਨੂੰ ਕਹਿਣ ਲੱਗੀ ਕਿ ਤੁਹਾਨੂੰ ਨਹੀਂ ਪਤਾ ਮੇਰੇ ਤੇ ਕੀ ਬੀਤਿਆ ਹੈ। ਜਿਸ ਨਾਲ ਬੀਤਦੀ ਹੈ ਉਸ ਨੂੰ ਹੀ ਪਤਾ ਹੁੰਦਾ ਹੈ। ਲੋਕ ਤਾਂ ਬਸ ਵੱਡੇ ਵੱਡੇ ਉਪਦੇਸ਼ ਹੀ ਦੇ ਸਕਦੇ ਹਨ। ਸਿਮਰਨ ਮਾਨਵ ਨੂੰ ਬਹੁਤ ਸਾਰੀਆਂ ਗੱਲਾਂ ਇਕੱਠੇ ਹੀ ਸੁਣਾ ਗਈ। ਫਿਰ ਡਾਕਟਰ ਮਾਨਵ ਤੇ ਸਿਮਰਨ ਚੁੱਪਚਾਪ ਤੁਰ ਕੇ ਘਰ ਆ ਗਏ। ਸਿਮਰਨ ਦੇ ਨਾਲ ਵਾਲੀਆਂ ਕੁੜੀਆਂ ਦੱਸ ਰਹੀਆਂ ਸਨ ਕਿ ਡਾਕਟਰ ਮਾਨਵ ਵਿਚਾਰੇ ਕਿਸਮਤ ਦੇ ਮਾਰੇ ਹੋਏ ਹਨ। ਫਿਰ ਵੀ ਮੱਥੇ ਤੇ ਇੱਕ ਸ਼ਿਕਨ ਦਾ ਨਿਸ਼ਾਨ ਨਹੀਂ। ਇੰਨਾ ਵੱਡੇ ਦਿਲ ਵਾਲਾ ਕੋਈ ਵਿਅਕਤੀ ਕਿਵੇਂ ਹੋ ਸਕਦਾ ਹੈ? ਸਿਮਰਨ ਨੇ ਕਿਹਾ ਕਿ ਉਹਨਾਂ ਨਾਲ ਕੀ ਹੋਇਆ ਹੈ। ਨਾਲ ਦੀਆਂ ਕੁੜੀਆਂ ਕਹਿਣ ਲੱਗੀਆਂ, ਤੁਹਾਨੂੰ ਨਹੀਂ ਪਤਾ? ਸਿਮਰਨ ਕਹਿਣ ਲੱਗੀ, ਨਹੀਂ। ਕੁੜੀਆਂ ਨੇ ਉਹਨਾਂ ਨੂੰ ਦੱਸਿਆ ਕਿ ਡਾਕਟਰ ਮਾਨਵ ਦਾ ਪੂਰਾ ਪਰਿਵਾਰ ਅੱਗ ਲੱਗਣ ਕਾਰਨ ਜਲ ਕੇ ਮਰ ਗਿਆ ਸੀ। ਉਹ ਵੀ ਤਾਂ ਹੀ ਬਚੇ ਹਨ ਕਿਉਂਕਿ ਉਸ ਸਮੇਂ ਡਾਕਟਰ ਮਾਨਵ ਸਕੂਲ ਵਿੱਚ ਸਨ। ਮਾਨਵ ਦਾ ਅੱਗੇ ਪਿੱਛੇ ਕੋਈ ਨਹੀਂ ਸੀ। ਫਿਰ ਇੱਕ NGO ਵਾਲਿਆਂ ਨੇ ਉਸ ਨੂੰ ਪਾਲ ਪਲੋਸ ਕੇ ਵੱਡਾ ਕੀਤਾ। ਫਿਰ ਵਜ਼ੀਫੇ ਲੈ ਕੇ ਪੜ੍ਹਾਈ ਪੂਰੀ ਕੀਤੀ ਤੇ ਅੱਜ ਡਾਕਟਰ ਬਣ ਗਏ। ਪੂਰੇ ਸ਼ਹਿਰ ਵਿੱਚ ਉਹਨਾਂ ਦਾ ਨਾਮ ਹੈ। ਫਿਰ ਆਪਣੇ ਨਾਲ ਕੰਮ ਕਰਦੀ ਡਾਕਟਰਨੀ ਨਾਲ ਉਹਨਾਂ ਨੇ ਵਿਆਹ ਕੀਤਾ। ਡਾਕਟਰ ਮਾਨਵ ਤੇ ਉਹਨਾਂ ਦੀ ਪਤਨੀ ਰੀਟਾ ਬਹੁਤ ਖੁਸ਼ ਸਨ। ਰੀਟਾ ਮਾਂ ਬਣਨ ਵਾਲੀ ਸੀ। ਡਾਕਟਰ ਮਾਨਵ ਨੇ ਪੂਰੇ ਸੰਸਾਰ ਦੀਆਂ ਖੁਸ਼ੀਆਂ ਉਸ ਦੀ ਝੋਲੀ ਵਿੱਚ ਰੱਖ ਦਿੱਤੀਆਂ ਸਨ। ਹੋਣ ਵਾਲੇ ਬੱਚੇ ਲਈ ਇੰਨੇ ਖਿਡੌਣੇ ਕਿ ਅਸੀਂ ਸਾਰੇ ਹੈਰਾਨ ਰਹਿ ਜਾਂਦੇ। ਡਾਕਟਰ ਮਾਨਵ ਕਹਿੰਦੇ ਕਿ ਉਹਨਾਂ ਨੂੰ ਮਾਤਾ ਪਿਤਾ ਦਾ ਪਿਆਰ ਨਹੀਂ ਮਿਲਿਆ, ਪਰ ਉਹ ਆਪਣੇ ਬੱਚੇ ਨੂੰ ਉਹ ਸਾਰੀਆਂ ਖੁਸ਼ੀਆਂ ਦੇਣਗੇ ਜਿਨ੍ਹਾਂ ਤੋਂ ਉਹ ਖੁਦ ਵਾਂਝੇ ਰਹਿ ਗਏ। ਅਸੀਂ ਸਾਰੇ ਇੱਕ ਪਰਿਵਾਰ ਵਾਂਗ ਰਹਿੰਦੇ ਸਾਂ। ਅਸੀਂ ਸਾਰੇ ਬਹੁਤ ਖੁਸ਼ ਸੀ, ਇੱਕ ਪਰਿਵਾਰ ਵਾਂਗ ਰਹਿੰਦੇ ਸੀ। ਸਭ ਕੁਝ ਵਧੀਆ ਚੱਲ ਰਿਹਾ ਸੀ, ਪਰ ਸਾਡੀਆਂ ਖੁਸ਼ੀਆਂ ਨੂੰ ਉਦੋਂ ਨਜ਼ਰ ਲੱਗ ਗਈ ਜਦੋਂ ਡਾਕਟਰ ਰੀਟਾ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ। ਅਸੀਂ ਸਾਰੇ ਰੋ ਕੇ ਹੈਰਾਨ ਪਰੇਸ਼ਾਨ ਸੀ, ਪਰ ਡਾਕਟਰ ਮਾਨਵ ਦੀਆਂ ਅੱਖਾਂ ਵਿੱਚੋਂ ਕੁਝ ਹੰਝੂ ਆਏ ਤੇ ਫਿਰ ਕਹਿਣ ਲੱਗੇ ਕਿ ਜੋ ਵੀ ਇਨਸਾਨ ਇਸ ਦੁਨੀਆ ਤੇ ਆਇਆ ਹੈ ਉਸਨੇ ਜਾਣਾ ਹੀ ਹੈ। ਫਿਰ ਕਿਉਂ ਰੋ ਕੇ ਆਪਾਂ ਉਸ ਵਿਅਕਤੀ ਦੀ ਤੇ ਆਪਣੀ ਆਤਮਾ ਨੂੰ ਠੇਸ ਪਹੁੰਚਾਈਏ। ਡਾਕਟਰ ਮਾਨਵ ਬੱਚੇ ਨਾਲ ਆਪਣਾ ਮਨ ਪਰਚਾਉਣ ਲੱਗੇ। ਉਸ ਦੇ ਮਾਤਾ ਪਿਤਾ ਦੋਨੋਂ ਬਣ ਗਏ। ਗਵਾਂਢਣ ਰਹਿੰਦੀ ਆਂਟੀ ਵੀ ਉਹਨਾਂ ਨੇ ਬੱਚੇ ਨੂੰ ਸੰਭਾਲਣ ਲਈ ਰੱਖ ਲਿਆ। ਅੱਜ ਵੀ ਡਾਕਟਰ ਮਾਨਵ ਦਾ ਚਿਹਰਾ ਉੱਦਾਂ ਹੀ ਫੁੱਲਾਂ ਵਾਂਗ ਹੱਸਦਾ ਹੀ ਦਿਖਦਾ ਹੈ। ਸਿਮਰਨ ਸੋਚਣ ਲੱਗੀ ਕਿ ਡਾਕਟਰ ਸਾਹਿਬ ਵਿੱਚ ਐਡੀ ਦਰਿਆ ਦਿਲੀ ਕਿੱਥੋਂ ਆਈ ਸੀ। ਸਿਮਰਨ ਹੁਣ ਡਾਕਟਰ ਸਾਹਿਬ ਨੂੰ ਬਹੁਤ ਚੰਗਾ ਮੰਨਣ ਲੱਗ ਪਈ ਸੀ। ਮਾਨਵ ਡਾਕਟਰ ਦਾ ਬੱਚਾ ਵੀ ਸਿਮਰਨ ਨਾਲ ਪੂਰੀ ਤਰ੍ਹਾਂ ਘੁਲ ਮਿਲ ਗਿਆ। ਉਹ ਸਿਮਰਨ ਦੇ ਨਾਲ ਇੰਨਾ ਘੁਲ ਮਿਲ ਗਿਆ ਕਿ ਸਿਮਰਨ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ। ਸਿਮਰਨ ਨਹੀਂ ਚਾਹੁੰਦੀ ਸੀ ਕਿ ਇਹ ਬੱਚਾ ਉਸ ਵਾਂਗ ਮਾਂ-ਬਾਪ ਦੇ ਪਿਆਰ ਤੋਂ ਵਾਂਝਾ ਨਾ ਰਹੇ। ਉਸ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ। ਘਰ ਵਾਲਿਆਂ ਦੀ ਯਾਦ ਆਉਂਦੀ ਤਾਂ ਰੋ ਕੇ ਕਦੇ ਹੱਸ ਕੇ ਉਸ ਯਾਦ ਨੂੰ ਭੁਲਾ ਦਿੰਦੀ ਸੀ। ਫਿਰ ਸੋਚਦੀ ਸੀ ਉਸ ਦਾ ਘਰ ਵਿੱਚ ਕੌਣ ਹੈ ਜਿਹੜਾ ਉਸ ਨੂੰ ਯਾਦ ਕਰਦਾ ਹੋਵੇਗਾ। ਇੱਕ ਦਿਨ ਸਿਮਰਨ ਦੇ ਚਾਚਾ ਜੀ ਦਾ ਪੁੱਤਰ ਹਸਪਤਾਲ ਵਿੱਚ ਆਇਆ। ਉਸ ਨੇ ਸਿਮਰਨ ਨੂੰ ਦੇਖ ਲਿਆ। ਉਹ ਦੀਦੀ ਕਹਿ ਕੇ ਸਿਮਰਨ ਦੇ ਪਿੱਛੇ ਭੱਜ ਲਿਆ। ਸਿਮਰਨ ਆਪਣੇ ਚਾਚੇ ਦੇ ਪੁੱਤਰ ਨੂੰ ਇੰਨੇ ਸਮੇਂ ਬਾਅਦ ਦੇਖ ਕੇ ਰੁਕ ਗਈ ਤੇ ਦੋਨਾਂ ਭੈਣ ਭਰਾਵਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਉਸ ਦੇ ਚਾਚਾ ਜੀ ਦਾ ਪੁੱਤਰ ਵੀਰ ਸਿੰਘ ਰੋ ਕੇ ਕਹਿ ਰਿਹਾ ਸੀ, ਭੈਣੇ ਤੂੰ ਕਿੱਥੇ ਚਲੀ ਗਈ ਸੀ? ਤੈਨੂੰ ਨਹੀਂ ਪਤਾ ਅਸੀਂ ਤੈਨੂੰ ਕਿੱਥੇ ਨਹੀਂ ਲੱਭਿਆ। ਅਗਮ ਦੇ ਘਰ ਦੇ ਵੀ ਤੈਨੂੰ ਮਿਲਣਾ ਚਾਹੁੰਦੇ ਨੇ। ਸਿਮਰਨ ਨੇ ਆਪਣੇ ਭਰਾ ਨਾਲ ਬੈਠ ਕੇ ਕੈਫੇ ਵਿੱਚ ਚਾਹ ਪੀਤੀ। ਹਸਪਤਾਲ ਵਿੱਚ 2-3 ਛੁੱਟੀਆਂ ਸਨ। ਹੁਣ ਸਿਮਰਨ ਸਕਾਰਾਤਮਕ ਨਜ਼ਰੀਏ ਨਾਲ ਭਰੀ ਹੋਈ ਸੀ। ਉਸ ਨੇ ਆਪਣੇ ਘਰ ਜਾ ਕੇ ਮਿਲਣ ਦਾ ਫੈਸਲਾ ਕੀਤਾ, ਪਰ ਛੋਟਾ ਬੇਬੀ ਉਸ ਨਾਲ ਬਹੁਤ ਜ਼ਿਆਦਾ ਘੁਲ ਮਿਲ ਗਿਆ ਸੀ। ਉਹ ਉਸ ਨੂੰ ਕਿੱਥੇ ਛੱਡੇਗੀ ਉਹ ਸੋਚ ਰਹੀ ਸੀ। ਉਸ ਨੇ ਡਾਕਟਰ ਮਾਨਵ ਨਾਲ ਗੱਲ ਕੀਤੀ। ਡਾਕਟਰ ਮਾਨਵ ਨੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਰੱਖ ਲਵੇਗਾ।
ਉਹ ਆਪਣੇ ਪਰਿਵਾਰ ਨੂੰ ਜ਼ਰੂਰ ਮਿਲ ਕੇ ਆਵੇ। ਛੋਟੀ ਜਿਹੀ ਤਾਂ ਜ਼ਿੰਦਗੀ ਹੈ, ਉਸ ਵਿੱਚੋਂ ਕੁਝ ਸਮਾਂ ਆਪਣੇ ਪਰਿਵਾਰ ਨਾਲ ਵੀ ਬਿਤਾਉਣਾ ਚਾਹੀਦਾ ਹੈ। ਇਸ ਬਹਾਨੇ ਉਹ ਵੀ ਆਪਣੇ ਬੱਚੇ ਨਾਲ ਸਮਾਂ ਬਿਤਾ ਲਵੇਗਾ। ਸਿਮਰਨ ਵੀਰ ਨਾਲ ਆਪਣੇ ਪਿੰਡ ਚਲੀ ਗਈ। ਪਿੰਡ ਜਾ ਕੇ ਚਾਚਾ ਚਾਚੀ ਜੀ ਨੇ ਉਸ ਦਾ ਬਹੁਤ ਜ਼ਿਆਦਾ ਸਵਾਗਤ ਕੀਤਾ। ਚਾਚਾ ਚਾਚੀ ਬਹੁਤ ਜ਼ਿਆਦਾ ਰੋਏ, ਕਹਿਣ ਲੱਗੇ, ਮਾਫ ਕਰੀ ਧੀਏ, ਅਸੀਂ ਤੈਨੂੰ ਓਨਾ ਪਿਆਰ ਨਹੀਂ ਦੇ ਸਕੇ। ਸਿਮਰਨ ਨੇ ਕਿਹਾ, ਜੋ ਹੋਇਆ ਆਪਾਂ ਉਸ ਨੂੰ ਭੁੱਲ ਕੇ ਨਵੀਂ ਸ਼ੁਰੂਆਤ ਕਰਦੇ ਹਾਂ। ਫਿਰ ਸਿਮਰਨ ਨੇ ਆਪਣੇ ਪਿਤਾ ਅਤੇ ਮਤਰੇਈ ਮਾਤਾ ਬਾਰੇ ਪੁੱਛਿਆ। ਉਹਨਾਂ ਨੇ ਦੱਸਿਆ ਕਿ ਉਸ ਦੀ ਮਤਰੇਈ ਮਾਂ ਬਲਜੀਤ ਕੌਰ ਨੂੰ ਅਧਰੰਗ ਦਾ ਦੌਰਾ ਪੈ ਗਿਆ ਹੈ ਤੇ ਉਹ ਮੰਜੇ ਨਾਲ ਹੀ ਜੁੜੀ ਹੋਈ ਹੈ। ਤੇਰੇ ਪਿਤਾ ਦੀ ਵੀ ਹੁਣ ਅੱਖਾਂ ਤੋਂ ਨਿਗਾਹ ਘਟਦੀ ਜਾ ਰਹੀ ਹੈ ਤੇ ਕੰਨਾਂ ਤੋਂ ਥੋੜਾ ਹੁਣ ਉੱਚਾ ਸੁਣਦਾ ਹੈ ਤੇ ਤੇਰੀ ਮਤਰੇਈ ਭੈਣ ਟੀਨਾ ਹੁਣ ਪਾਗਲ ਹੋ ਚੁੱਕੀ ਹੈ। ਉਹ ਹੁਣ ਪਾਗਲਖਾਨੇ ਵਿੱਚ ਭਰਤੀ ਹੈ। ਉਸ ਦੀ ਮਾਂ ਨੇ ਉਸ ਦਾ ਵਿਆਹ ਬਹੁਤ ਜ਼ਿਆਦਾ ਉੱਚੇ ਤੇ ਇੱਕ ਨਾਮੀ ਪਰਿਵਾਰ ਵਿੱਚ ਕੀਤਾ ਸੀ। ਇਹ ਪਰਿਵਾਰ ਗੁੰਡਾਗਰਦੀ ਵਿੱਚ ਮਸ਼ਹੂਰ ਸੀ। ਉੱਥੇ ਹੋਏ ਅਤਿਆਚਾਰਾਂ ਕਾਰਨ ਟੀਨਾ ਪਾਗਲ ਹੋ ਗਈ। ਸਿਮਰਨ ਦਾ ਆਪਣੇ ਪਰਿਵਾਰ ਦੀ ਹਾਲਤ ਸੁਣ ਕੇ ਬਹੁਤ ਦਿਲ ਦੁਖਿਆ। ਉਸ ਨੇ ਮਾਨਵ ਨੂੰ ਫੋਨ ਕੀਤਾ ਤੇ ਉਸ ਕੋਲ ਰੋਣ ਲੱਗ ਪਈ। ਆਪਣੇ ਪਰਿਵਾਰ ਦੇ ਹਾਲਾਤ ਦੱਸ ਕੇ ਮਾਨਵ ਕਹਿਣ ਲੱਗਾ ਕਿ ਹੁਣ ਤਾਂ ਉਹ ਸਮਝ ਗਈ ਕਿ ਇਹ ਸਭ ਕੁਝ ਕਿਸਮਤ ਦਾ ਕੀਤਾ ਹੋਇਆ ਹੁੰਦਾ ਹੈ, ਨਾ ਕਿ ਕਿਸੇ ਵਿਅਕਤੀ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਸ ਦੇ ਕਰਮ ਮਾੜੇ ਨੇ। ਉਹ ਦੂਜਿਆਂ ਲਈ ਨਹਿਸ ਹੈ। ਸਾਰੇ ਵਿਅਕਤੀ ਆਪੋ ਆਪਣੇ ਕਰਮ ਲਿਖਾ ਕੇ ਲਿਆਉਂਦੇ ਹਨ। ਸਿਮਰਨ ਨੇ ਮਾਨਵ ਨੂੰ ਕਿਹਾ ਕਿ ਉਸ ਦਾ ਦਿਲ ਛੋਟੇ ਬੇਬੀ ਨੂੰ ਮਿਲਣ ਲਈ ਕਰਦਾ ਹੈ। ਮਾਨਵ ਕਹਿੰਦਾ ਹੈ ਕਿ ਉਹ ਕੱਲ ਨੂੰ ਆ ਜਾਵੇਗਾ ਅਤੇ ਉਸ ਦੇ ਪਰਿਵਾਰ ਨੂੰ ਵੀ ਮਿਲ ਲਵੇਗਾ। ਸਿਮਰਨ ਆਪਣੇ ਪਿਤਾ ਕੋਲ ਗਈ ਤੇ ਉਸ ਦਾ ਪਿਤਾ ਉਸ ਨੂੰ ਗਲ ਲਗਾ ਕੇ ਰੋਣ ਲੱਗ ਪਿਆ। ਉਸ ਦਾ ਭਰਾ ਮਾਂ ਸਭ ਮੰਜੇ ਤੇ ਬਿਮਾਰ ਪਏ ਸਨ। ਸਿਮਰਨ ਪੁੱਛਣ ਲੱਗੀ ਕਿ ਵੀਰ ਨੂੰ ਕੀ ਹੋਇਆ। ਉਸ ਦੇ ਪਿਤਾ ਨੇ ਦੱਸਿਆ ਕਿ ਇਹ ਬਹੁਤ ਜ਼ਿਆਦਾ ਨਸ਼ੇ ਕਰਨ ਲੱਗ ਪਿਆ ਸੀ ਤੇ दारू ਪੀਂਦਾ ਸੀ, ਜਿਸ ਕਾਰਨ ਇਸ ਦੇ ਦੋਵੇਂ ਗੁਰਦੇ ਫੇਲ ਹੋ ਗਏ ਹਨ। ਸਿਮਰਨ ਕਹਿੰਦੀ ਹੈ ਕਿ ਪਿਤਾ ਜੀ, ਹੁਣ ਮੈਂ ਡਾਕਟਰ ਹਾਂ, ਮੈਂ ਤੁਹਾਡੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੀ। ਦੂਸਰੇ ਦਿਨ ਮਾਨਵ ਆਉਂਦਾ ਹੈ ਤਾਂ ਉਹ ਉਸ ਦੀ ਮਾਂ, ਭਰਾ ਤੇ ਪਿਤਾ ਸਭ ਨੂੰ ਹਸਪਤਾਲ ਵਿੱਚ ਲੈ ਜਾਂਦੇ ਹਨ। ਸਿਮਰਨ ਆਪਣਾ ਇੱਕ ਗੁਰਦਾ ਦੇ ਕੇ ਆਪਣੇ ਭਰਾ ਨੂੰ ਬਚਾ ਲੈਂਦੀ ਹੈ। ਸਿਮਰਨ ਦੀ ਮਾਂ ਬਲਜੀਤ ਕੌਰ ਉਸ ਦੇ ਪੈਰੀ ਹੱਥ ਲਾਉਂਦੀ ਹੈ ਤੇ ਉਸ ਨਾਲ ਕੀਤੀਆਂ ਵਿਧੀਕੀਆਂ ਦੀ ਮਾਫੀ ਮੰਗਦੀ ਹੈ। ਸਿਮਰਨ ਟੀਨਾ ਦਾ ਵੀ ਇਲਾਜ ਸ਼ੁਰੂ ਕਰ ਦਿੰਦੀ ਹੈ। ਦੂਜੇ ਪਾਸੇ ਮਾਨਵ ਦਾ ਬੇਟਾ ਸਿਮਰਨ ਨੂੰ ਆਪਣੀ ਮਾਂ ਸਮਝਣ ਲੱਗਿਆ ਸੀ। ਤੋਤਲੀਆਂ ਗੱਲਾਂ ਵੀ ਕਰਨ ਲੱਗਿਆ ਸੀ। ਸਿਮਰਨ ਤੇ ਮਾਨਵ ਦੇ ਬੱਚੇ ਕਰਕੇ ਇੱਕ ਦੂਜੇ ਦੇ ਨੇੜੇ ਆ ਰਹੇ ਸਨ। ਸਿਮਰਨ ਨੂੰ ਮਾਨਵ ਦੀ ਤੇ ਮਾਨਵ ਨੂੰ ਸਿਮਰਨ ਦੀ ਪਰਵਾਹ ਹੋ ਜਾਂਦੀ ਸੀ। ਦੋਨੋਂ ਆਪਣੇ ਰਿਸ਼ਤੇ ਨੂੰ ਨਹੀਂ ਸਮਝਦੇ ਸਨ, ਪਰ ਫਿਰ ਵੀ ਇੱਕੋ ਜਿਹੀ ਗੰਢ ਵੱਜ ਰਹੀ ਸੀ ਜਿਹੜੀ ਦੋਹਾਂ ਨੂੰ ਜੋੜ ਰਹੀ ਸੀ। ਮਾਨਵ ਦਾ ਬੇਟਾ ਜੈਵੀਰ ਸਿਮਰਨ ਬਿਨਾਂ ਇੱਕ ਪਲ ਵੀ ਨਹੀਂ ਰਹਿੰਦਾ ਸੀ। ਸਿਮਰਨ ਨੂੰ ਵੀ ਉਸ ਵਿੱਚ ਆਪਣਾ ਬਚਪਨ ਨਜ਼ਰ ਆਉਂਦਾ ਸੀ। ਇੱਕ ਦਿਨ ਸਿਮਰਨ ਜੈਵੀਰ ਨਾਲ ਖੇਡ ਰਹੀ ਸੀ। ਜੈਵੀਰ ਤੋਤਲੀ ਆਵਾਜ਼ ਵਿੱਚ ਸਿੰਮੀ ਮਾਂ ਕਿਹਾ। ਸਿਮਰਨ ਦਾ ਦਿਲ ਅੰਦਰੋਂ ਅੰਦ ਗਦ-ਗਦ ਹੋ ਉੱਠਿਆ। ਉਸ ਨੇ ਭੱਜ ਕੇ ਜਾ ਕੇ ਚੁੱਕ ਕੇ ਜੈਵੀਰ ਨੂੰ ਪਿਆਰ ਕਰਨ ਲੱਗੀ। ਮਾਨਵ ਨੇ ਸਿਮਰਨ ਨੂੰ ਕਿਹਾ ਕਿ ਜੇਕਰ ਉਹ ਗੁੱਸਾ ਨਾ ਕਰੇ ਤੇ ਸੱਚਮੁੱਚ ਜੈਵੀਰ ਦੀ ਮਾਂ ਬਣ ਜਾਵੇ। ਸਿਮਰਨ ਮਾਨਵ ਦੀ ਇਹ ਗੱਲ ਸੁਣ ਕੇ ਸ਼ਰਮਾ ਗਈ। ਮਾਨਵ ਨੇ ਸਮਝ ਲਿਆ ਕਿ ਸਿਮਰਨ ਦੀ ਵੀ ਹਾਂ ਹੈ। ਮਾਨਵ ਨੇ ਸਿਮਰਨ ਦੇ ਪੂਰੇ ਪਰਿਵਾਰ ਨਾਲ ਇਸ ਰਿਸ਼ਤੇ ਬਾਰੇ ਗੱਲ ਕੀਤੀ। ਸਾਰੇ ਇਸ ਰਿਸ਼ਤੇ ਲਈ ਰਾਜੀ ਸਨ। ਸਿਮਰਨ ਦੇ ਪਿਤਾ ਦੀਆਂ ਅੱਖਾਂ ਲਈ ਸਿਮਰਨ ਨੇ ਐਨਕਾਂ ਤੇ ਕੰਨਾਂ ਲਈ ਸੁਣਨ ਵਾਲੀ ਮਸ਼ੀਨ ਲਗਵਾ ਦਿੱਤੀ। ਹੁਣ ਉਹ ਵੀ ਠੀਕ ਸੀ। ਸਿਮਰਨ ਦੀ ਮਤਰੇਈ ਮਾਂ ਹੁਣ ਸਾਂਭ ਸੰਭਾਲ ਨਾਲ ਸੋਟੀ ਨਾਲ ਤੁਰਨ ਯੋਗ ਹੋ ਗਈ ਸੀ। ਉਸ ਦਾ ਭਰਾ ਵੀ ਹੁਣ ਠੀਕ ਠਾਕ ਸੀ। ਸਿਮਰਨ ਦੇ ਦੋਵੇਂ ਭਰਾ ਦੇ ਰਿਸ਼ਤੇ ਵੀ ਤੈਅ ਕਰ ਦਿੱਤੇ ਗਏ ਸਨ। ਸਿਮਰਨ ਦੀ ਵਿਆਹ ਦੇ ਨਾਲ ਸਿਮਰਨ ਆਪਣੇ ਰਿਸ਼ਤੇ ਦੀ ਸਹਿਮਤੀ ਲੈਣ ਲਈ ਅਗਮ ਦੇ ਮਾਤਾ ਪਿਤਾ ਨੂੰ ਵੀ ਮਿਲਣ ਗਈ। ਅਗਮ ਦੇ ਮਾਤਾ ਪਿਤਾ ਬਹੁਤ ਖੁਸ਼ ਹੋਏ ਕਿ ਸਿਮਰਨ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਰਹੀ ਹੈ।
ਉਹਨਾਂ ਨੇ ਸਿਮਰਨ ਨੂੰ ਕਿਹਾ ਕਿ ਉਹ ਮਾਨਵ ਨੂੰ ਮਿਲਣਾ ਚਾਹੁੰਦੇ ਹਨ। ਮਾਂ ਨਾਲ ਜਦੋਂ ਉਹ ਗੱਲਬਾਤ ਕਰਦੇ ਹਨ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਮਾਨਵ ਉਹਨਾਂ ਦੀ ਰਿਸ਼ਤੇਦਾਰੀ ਵਿੱਚੋਂ ਹੀ ਸੀ। ਅਗਮ ਦੇ ਮਾਤਾ-ਪਿਤਾ ਉਸ ਨੂੰ ਕਹਿੰਦੇ ਹਨ ਕਿ ਉਹ ਉਹਨਾਂ ਨੂੰ ਆਪਣੇ ਮਾਤਾ-ਪਿਤਾ ਮੰਨ ਲਵੇ। ਉਹਨਾਂ ਦੇ ਕੋਈ ਪੁੱਤਰ ਨਹੀਂ ਹੈ। ਮਾਨਵ ਦੇ ਮਾਤਾ-ਪਿਤਾ ਸਾਡਾ ਪਰਿਵਾਰ ਪੂਰਾ ਹੋ ਜਾਵੇਗਾ। ਮਾਨਵ ਕਹਿੰਦਾ ਹੈ, ਅੰਨਾ ਕੀ ਭਾਲੇ ਦੋ ਅੱਖਾਂ। ਉਸ ਤੋਂ ਬਾਅਦ ਅਗਮ ਦਾ ਪਿਤਾ ਸਿਮਰਨ ਦੇ ਚਾਚਾ-ਚਾਚੀ ਤੇ ਮਾਤਾ-ਪਿਤਾ ਨੂੰ ਫੋਨ ਕਰਦਾ ਹੈ ਕਿ ਭਾਈ ਤਿਆਰ ਹੋ ਰਹੋ, ਅਸੀਂ ਬਰਾਤ ਲੈ ਕੇ ਆਵਾਂਗੇ। ਸਿਮਰਨ ਦਾ ਵਿਆਹ ਮਾਨਵ ਨਾਲ ਹੋ ਰਿਹਾ ਸੀ ਤਾਂ ਜੈਵੀਰ ਵਿਚਕਾਰ ਬੈਠ ਕੇ ਤਸਵੀਰਾਂ ਖਿਚਾ ਰਿਹਾ ਸੀ। ਸਾਰੇ ਹੱਸ ਰਹੇ ਸਨ ਕਿ ਇਹ ਕਿਸਮਤ ਵਾਲਾ ਬੱਚਾ ਹੈ ਜਿਹੜਾ ਆਪਣੇ ਮਾਤਾ-ਪਿਤਾ ਦਾ ਵਿਆਹ ਦੇਖ ਰਿਹਾ ਹੈ। ਸਿਮਰਨ ਵੀ ਬਹੁਤ ਖੁਸ਼ ਸੀ। ਮਾਨਵ ਨੇ ਉਸ ਨੂੰ ਵਾਅਦਾ ਕੀਤਾ ਕਿ ਉਹ ਉਸ ਨੂੰ ਹਮੇਸ਼ਾ ਖੁਸ਼ ਰੱਖੇਗਾ। ਸਿਮਰਨ ਕਹਿੰਦੀ ਹੈ ਕਿ ਉਹ ਦੋਨੋਂ ਇਹਨਾਂ ਖੁਸ਼ੀਆਂ ਦੇ ਹੱਕਦਾਰ ਹਨ। ਮਾਨਵ ਤੇ ਸਿਮਰਨ ਨੇ ਰੀਟਾ ਤੇ ਅਗਮ ਨੂੰ ਯਾਦ ਕੀਤਾ। ਸਿਮਰਨ ਤੇ ਅਗਮ ਵੀ ਸ਼ਾਇਦ ਖੁਸ਼ ਹੋਣਗੇ ਕਿ ਉਹਨਾਂ ਦੇ ਪਿਆਰੇ ਜ਼ਿੰਦਗੀ ਵਿੱਚ ਅੱਗੇ ਵਧ ਰਹੇ ਹਨ। ਸਿਮਰਨ ਤੇ ਮਾਨਵ ਨੇ ਸਿਮਰਨ ਦੇ ਭਰਾਵਾਂ ਦੇ ਵਿਆਹ ਵਿੱਚ ਬਹੁਤ ਭੰਗੜਾ ਗਿੱਧਾ ਪਾਇਆ। ਸਿਮਰਨ ਤੇ ਮਾਨਵ ਨੇ ਵੀ ਗਿੱਧੇ ਵਿੱਚ ਖੂਬ ਬੋਲੀਆਂ ਪਾਈਆਂ। ਫਿਰ ਸਾਰੇ ਜਾਣੇ ਇਕੱਠੇ ਜੁੜ ਕੇ ਬੈਠ ਗਏ ਤੇ ਕਹਿਣ ਲੱਗੇ ਕਿ ਹੁਣ ਆਪਾਂ ਸ਼ੇਰੋ ਸ਼ਾਇਰੀ ਮੁਕਾਬਲਾ ਕਰਦੇ ਹਾਂ। ਸਭ ਤੋਂ ਪਹਿਲਾਂ ਮਾਨਵ ਨੇ ਸਿਮਰਨ ਲਈ ਸ਼ੇਰ ਅਰਜ਼ ਕੀਤਾ, ਕਰਮਾ ਮਾਰੀ ਤੋਂ ਕਰਮਾਂ ਵਾਲੀ ਬਣਾ ਦੇਵਾਂਗਾ, ਤੈਨੂੰ ਕਿਸਮਤ ਵਿੱਚ ਬਹੁਤ ਖਾਬ ਦਿਖਾ ਦੇਵਾਂਗਾ, ਫਿਰ ਉਹਨਾਂ ਨੂੰ ਪੂਰਾ ਕਰਾਉਣ ਲਈ ਆਪਣੀ ਜਿੰਦ ਜਾਨ ਲਗਾ ਦੇਵਾਂਗਾ। ਸਿਮਰਨ ਦੀ ਇੱਕ ਸ਼ੇਰ ਸੁਣਾਉਂਦੇ ਹੀ ਆਪਣੇ ਬੱਚੇ ਵੱਲ ਮੂੰਹ ਕਰ, ਤੇਰੀਆਂ ਖੁਸ਼ੀਆਂ ਦਾ ਰੱਖਾਂਗੀ ਖਿਆਲ ਸਦਾ, ਤੂੰ ਹੀ ਹੈ ਮੇਰੀ ਜਿੰਦ ਜਾਨ ਸਦਾ, ਤੇਰਾ ਪਿਆਰ ਹੈ ਜ਼ਿੰਦਗੀ ਮੇਰੀ, ਤੂੰ ਹੈ ਛੋਟੂ ਮੇਰਾ, ਮੈਂ ਹਾਂ ਮਾਂ ਤੇਰੀ। ਅਗਮ ਦੇ ਮਾਤਾ-ਪਿਤਾ ਸਿਮਰਨ ਦੀ ਡੋਲੀ ਆਪਣੇ ਘਰ ਲੈ ਜਾਂਦੇ ਹਨ। ਸਾਰੇ ਲੋਕ ਸਿਮਰਨ ਨੂੰ ਕਹਿੰਦੇ ਸਨ ਕਿ ਉਹ ਆਪਣਾ ਬੱਚਾ ਜ਼ਰੂਰ ਕਰ ਲਵੇ, ਪਰ ਸਿਮਰਨ ਕਹਿੰਦੀ ਹੈ ਕਿ ਸਿਰਫ ਜੈਵੀਰ ਹੀ ਉਸ ਦਾ ਪੁੱਤਰ ਹੈ, ਉਹੀ ਉਸ ਦੀ ਜਿੰਦ ਜਾਨ ਹੈ। ਉਹ ਉਸ ਨੇ ਚਾਹੇ ਢਿੱਡੋਂ ਨਹੀਂ ਜੰਮਿਆ, ਪਰ ਉਹਨਾਂ ਦੋਵਾਂ ਦੇ ਦਿਲ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਲੋਕਾਂ ਦੇ ਮੂੰਹੋਂ ਉਸ ਨੂੰ ਸੁਣਨਾ ਚੰਗਾ ਨਹੀਂ ਲੱਗਦਾ ਸੀ ਕਿ ਜੈਵੀਰ ਉਸ ਦਾ ਆਪਣਾ ਪੁੱਤਰ ਨਹੀਂ ਸੀ, ਪਰ ਉਸ ਨੇ ਆਪਣੇ ਪੁੱਤਰ ਨਾਲ ਆਪਣਾ ਪਿਆਰ ਦਿਖਾ ਕੇ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ। ਸਮਾਪਤ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਤੁਹਾਡਾ ਧੰਨਵਾਦ। ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ।